ਆਦਿ ਗੁਰੇ ਨਮः ਜੁਗਾਦ ਗੁਰੇ ਨਮः ਸਤਿਗੁਰੇ ਨਮः ਸ੍ਰੀ ਗੁਰਦੇਵੈ ਨਮः। ਸਾਧ ਸੰਗਤ ਜੀ ਨੂੰ ਪ੍ਰਣਾਮ। ਅਸੀਂ ਗੁਰੂ ਸਾਹਿਬ ਦੇ ਜੋ ਪਹਿਲੀ ਬਾਣੀ ਜਪਜੀ ਸਾਹਿਬ ਆ ਉਸ ਦੀ ਪਹਿਲੇ ਦੋ ਸਤਸੰਗ ਦੇ ਅੰਦਰ ਮੂਲ ਮੰਤਰ ਦਾ ਵਿਚਾਰ ਕਰ ਚੁੱਕੇ ਹਾਂ। ਅੱਜ ਗੁਰੂ ਸਾਹਿਬ ਦੀ ਜੋ ਜਪਜੀ ਸਾਹਿਬ ਦੀ ਪਹਿਲੀ ਪੌੜੀ ਹੈ ਉਸ ਦੇ ਬਾਰੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਉਸ ਨੂੰ ਸਮਝਣ ਦੀ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਗੁਰੂ ਸਾਹਿਬ ਕਿਰਪਾ ਕਰਨ। ਮੂਲ ਮੰਤਰ ਦੇ ਅੰਦਰ ਗੁਰੂ ਸਾਹਿਬ ਨੇ ਉਸ ਅਕਾਲ ਪੁਰਖ ਦੀ ਵਡਿਆਈ ਕੀਤੀ। ਗੁਰੂ ਸਾਹਿਬ ਨੇ ਪੂਰਨ ਤੌਰ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਜੀਵ ਨੂੰ ਸਮਝ ਆ ਜਾਵੇ ਪਰਮਾਤਮਾ ਹੈ ਕੀ, ਉਹਦੇ ਕੀ ਗੁਣ ਹਨ। ਉਸ ਨੂੰ ਉਸ ਮਾਲਕ ਨੂੰ ਪਾਉਣ ਦੇ ਲਈ ਜੀਵ ਗੁਰੂ ਸਾਹਿਬ ਤੋਂ ਕਿਰਪਾ ਲੈ ਕੇ ਉਸ ਮਾਲਕ ਦੀ ਵਡਿਆਈ ਕਰ ਸਕਦਾ ਹੈ, ਉਸ ਮਾਲਕ ਦੇ ਗੁਣ ਗਾ ਸਕਦਾ ਹੈ। ਗੁਰੂ ਸਾਹਿਬ ਦੱਸਦੇ ਹਨ, ਗੁਰੂ ਪ੍ਰਸਾਦ ਗੁਰ ਕਿਰਪਾ ਜਪ ਭਾਵ ਉਸ ਮਾਲਕ ਦੀ ਬੰਦਗੀ, ਉਸ ਨੂੰ ਜਪਣਾ, ਉਸ ਨੂੰ ਯਾਦ ਕਰਨਾ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਸਾਹਿਬ ਦੱਸਦੇ ਹਨ, ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਸੋਚਣ ਦੇ ਨਾਲ ਕੁਛ ਨਹੀਂ ਬਣਦਾ। ਕੋਈ ਵੀ ਵਿਚਾਰ ਅਸੀਂ ਕਰਦੇ, ਗੱਲ ਕਰਦੇ, ਸੋਚਦੇ ਮੈਂ ਆ ਕਰ ਲਵਾਂਗਾ ਜਾਂ ਮੈਂ ਕੱਲ ਆ ਕਰਾਂਗਾ, ਉਹ ਨਹੀਂ ਹੁੰਦਾ ਜਦ ਤੱਕ ਅਸੀਂ ਨਹੀਂ ਕਰਦੇ। ਕਈ ਜੀਵ ਰਾਤ ਨੂੰ ਵਿਚਾਰ ਕਰਦੇ ਹਨ, ਸੁਬਾਹ ਉੱਠ ਕੇ ਸਿਮਰਨ ਕਰਾਂਗੇ, ਵਿਚਾਰ ਗੁਰੂ ਮਹਾਰਾਜ ਦੀ ਬੰਦਗੀ ਕਰਾਂਗੇ, ਪਰ ਉਹ ਕਰਦੇ ਨਹੀਂ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਆਪਣਾ ਬਹੁਤ ਸਾਰਾ ਵਕਤ ਬਰਬਾਦ ਕਰ ਲੈਂਦੇ ਹਨ। ਕਈ ਵਾਰ ਜੀਵ ਸੋਚਦਾ ਹੈ ਕਿ ਸੋਚਦਾ ਮੇਰਾ ਹਾਲੀ ਤਾਂ ਛੋਟੀ ਉਮਰ ਹੈ, ਅੱਗੇ ਜਾ ਕੇ ਕਰਾਂਗਾ, ਮੈਂ ਵੱਡਿਆ ਹੋ ਕੇ ਕਰਾਂਗਾ, ਮੈਂ ਜ਼ਿੰਮੇਵਾਰੀਆਂ ਤੋਂ ਵਿਹਲਾ ਹੋ ਕੇ ਕਰਾਂਗਾ, ਹੁਣ ਮੇਰੀ ਪੜ੍ਹਨ ਦੀ ਉਮਰ ਹੈ, ਹੁਣ ਮੇਰੇ ਕੰਮ ਕਰਨ ਦੀ ਉਮਰ ਹੈ। ਇਹ ਸੋਚ ਹੈ, ਵਿਚਾਰ ਕਰੀ ਜਾਂਦਾ, ਸੋਚੀ ਜਾਂਦਾ, ਮੈਂ ਉਦੋਂ ਕਰਾਂਗਾ, ਉਦੋਂ ਕਰਾਂਗਾ, ਕਰਦਾ ਨਹੀਂ। ਜੇ ਅਗਰ ਕਿਸੇ ਨੇ ਬਚਪਨ ਦੇ ਵਿੱਚ, ਜਵਾਨੀ ਦੇ ਵਿੱਚ ਉਸ ਮਾਲਕ ਦੀ ਬੰਦਗੀ ਨਹੀਂ ਕੀਤੀ ਤਾਂ ਉਹ ਬੁਢਾਪੇ 'ਚ ਵੀ ਨਹੀਂ ਕਰ ਸਕਦਾ, ਸੋਚਦਾ ਹੀ ਰਹਿ ਜਾਏਗਾ, ਕੁਛ ਨਹੀਂ ਬਣੇਗਾ। ਕਾਲੀ ਜਿਨੀ ਨਾ ਰਾਵੀਐ ਤੌਲੀ ਰਾਵੈ ਕੋਏ। ਜਿਸ ਜੀਵ ਨੇ ਜਵਾਨੀ ਦੇ ਅੰਦਰ ਜਦੋਂ ਉਸ ਦੀ ਦਾੜੀ ਕਾਲੀ ਸੀ, ਵਾਲ ਕਾਲੇ ਸਨ, ਉਦੋਂ ਨਹੀਂ ਬੰਦਗੀ ਕੀਤੀ ਤਾਂ ਜਦੋਂ ਵਾਲ ਚਿੱਟੇ ਹੋ ਗਏ, ਭਾਵ ਬੁਢਾਪਾ ਆ ਗਿਆ, ਤਾਂ ਉਦੋਂ ਵੀ ਨਹੀਂ ਉਹ ਕਰ ਸਕੇਗਾ। ਜਿਸ ਦੀ ਆਦਤ ਬਣ ਚੁੱਕੀ ਆ, ਉਹ ਆਦਤ ਕਿੱਦਾਂ ਛੱਡੇਗਾ? ਜਿਹੜਾ ਪਹਿਲੇ ਗੰਦਗੀ ਇਕੱਠੀ ਕਰੀ ਜਾ ਰਿਹਾ ਹੈ, 60 ਸਾਲ ਤੱਕ ਉਹ ਗੰਦਗੀ ਇਕੱਠੀ ਕਰਦਾ ਜਾ ਰਿਹਾ, 60 ਸਾਲ ਦੇ ਬਾਅਦ ਸੋਚੇ ਮੈਂ ਗੰਦਗੀ ਸਾਫ਼ ਕਰ ਲਵਾਂਗਾ, ਇੱਕ ਦਿਨ ਕਿਸ ਤਰ੍ਹਾਂ ਕਰੇਗਾ? ਜੋ 60 ਸਾਲ ਦੇ ਵਿੱਚ ਉਹਨੇ ਇਕੱਠਾ ਕੀਤਾ, ਪਿਛਲੇ ਥੋੜੀ ਜਿਹੀ 10-15 ਸਾਲਾਂ ਦੀ ਉਮਰ ਦੇ ਵਿੱਚ ਉਹ ਕਹਿੰਦਾ ਮੈਂ ਸਾਫ਼ ਕਰ ਲਵਾਂਗਾ। ਪਾਪ ਸੋਚੀ ਜਾਣਾ, ਕਰਨਾ ਨਹੀਂ। ਸੋਚਣ ਨਾਲ ਕੁਛ ਨਹੀਂ ਹੋਣਾ, ਕਰੇ ਤੋਂ ਬਿਨਾ ਕੁਛ ਨਹੀਂ ਹੋਣਾ। ਨਾਨਕ ਕਥਨਾ ਕਰੜਾ ਸਾਰ। ਕਹਿਣਾ ਬੜਾ ਸੌਖਾ ਹੈ, ਮੈਂ ਕਰ ਲਾਂਗਾ, ਤੁਸੀਂ ਦੂਸਰੇ ਨੂੰ ਕਹਿ ਦਿੰਦੇ ਹੋ ਭਾਈ ਬੰਦਗੀ ਕਰ, ਪਰ ਕਰਨੀ ਬੜੀ ਔਖੀ ਹੈ। ਕੋਈ ਬੰਦਾ ਕਹਿੰਦਾ ਤੂੰ ਇੰਨਾ ਸਿਮਰਨ ਕਰ ਲੈ, ਇੰਨਾ ਧਿਆਨ ਕਰ ਲੈ, ਕਰਨਾ ਬੜਾ ਔਖਾ ਹੈ।
खुद करके देखिए तो पता लगता कि कितना मुश्किल है, क्योंकि बंदगी करन वेले कल्ले सोचण नाल काम नहीं चलता, विचारां नूं जवान तक रखण नाल काम नहीं चलता। बंदगी करन लई अपने स्वाद घट करने, अपनियां अखां दी वरतों सही तरीके नाल करना, अपनी जबान की वरतों सही करना, अपने कन्ना की वरतों सही करना, भाव ये सारा कुछ करना पैना, तद जाके फिर उस सोच नूं अमली रूप देना। जे सोच नूं अमली रूप ना दिता तो सोचते ही रह जावांगे, होना कुछ भी नहीं। सोचिया सोच ना हो भाई, गुरु साहब कहते जे सोची जाइए, जे सोची लख बार का मतलब एक साल में 365 दिन ने, ते अगर सोचने लग जाइए 30 साल, रोज भी सवेरे उठ के सोचते जाइए तो 30 साल लंघ गए जीव दे सोचदे उन्हें कीता कुछ नहीं। भाव जे 30 साल तक सोचता रहा, होना फिर भी कुछ नहीं। होना उदों ही है जदों वो करेगा। सोचण नाल नहीं बनना, करन नाल होएगा। बंदगी करन वाली है, सोचण वाली चीज नहीं। अमूमन असी सोचते हैं, करते नहीं। बहुत सारे लोग जिंदगी के आम जीवन के अंदर की सोचते रहते हैं, कम नहीं करते। एक बच्चा वो कहता मैं इदा करांगा जी, मैं फस्ट आवांगा, मैं बहुत वधिया पढ़ाई करांगा, वो पढ़ता नहीं, फस्ट काहदे नाल आएगा। एक बंदा कहता मैं कारोबार बहुत वधिया चलावांगा, वो सोची जा रहा, अरे कारोबार तू शुरू ही नहीं किया तो तू कारोबार करेगा कदों? तू कमाई तो शुरू नहीं की तो तू किदों करेगा? इस तरह जे नाम धन की कमाई करन नहीं लग्या, कोई कहे कि मैं नाम धन कमावांगा, मैं परमेश्वर की बंदगी करांगा, ये होनी नहीं बिना कीते तो होएगी, नहीं कीते तो बिना नहीं होनी। फिर करना की है गुरु साहब? पहली गल तो कहते भाई तू कर, सोच ना। फिर करना की है? चुप करना है, बोलना नहीं। असी सारी उम्र बोलते रहते, एक पल भी कोई बंदा चुप नहीं करता। क्यों? जे असी चुप कर जाते जबान तो साडा मन बोलता रहता, मन चुप नहीं करता। इथों तक गुरु साहब कहते मन चुप नहीं करता, जदों जीव कोई समाधि ला लेंदा उदों भी चुप नहीं करता। चुप है, चुप न हो भाई जे लाए रहा लिवतार। कोई जीव समाधि ला के बैठ जावे, अखां बंद करके बैठ जावे, तो फिर भी वह मन नहीं चुप करता, मन बोलता रहता। असी देखते हैं कई जीव अपने आप नूं मौन धार के बैठ जाते हैं कि मैं बोलना नहीं, वो बोलते नहीं। लोग आखते ने बाबा जी ने मौन धारिया, क्योंकि बाहरों उन्होंने जबान बंद कर ली ना उन्होंने, इस करके मौन धारिया लगता है। असल में की मौन धारिया, जदों कोई बंदा आउंदा तो उदों उहदे नाल जद गल करनी हुंदी, वो लिख के दसन लग जाते। बोलने वाला सवाल बोल के 1 सैकंड में दस दिंदा, बाबा जी जवाब देण नूं 10 मिनट ला देंदे ने लिख के, जिहड़ा कि 10 मिनट 5 मिनट जवाब दे सकते सी। कितना नुकसान कर लिया समय का। पर इहदा भाव इहदा मन ने बोलना बंद नहीं किया, चुप नहीं होए, चुप जबान चुप हो गई। इसलिए गुरु साहब चुपियां चुप ना हो भाई, जे लाए रहा लिवतार। भाव समाधि ला के बैठण दे नाल भी, अखां बंद करन दे नाल भी, जबान बंद करन दे नाल भी मन चुप नहीं करता। जिन्नी देर तक मन चुप नहीं करता, उन्नी देर तक भगती नहीं हो सकती। जिन्नी देर तक मन उस मालिक नाल जुड़ता नहीं, उन्नी देर तक भगती नहीं हो सकती। भगती कोई हत्थां पैरां नाल करन वाली, जबान नाल करन वाली चीज नहीं, क्योंकि जबान नाल असीं करदे हां, साडा मन किते होर ही दौड़िया फिरदा। अमूमन असीं कहंदे भी मैं पाठ ते कीता पर मेरा मन नहीं टिकिया, क्योंकि मन तो टिकिया तद नहीं क्योंकि मन नूं जिहड़ी आदत पई आ बोलण दी, सोचण दी, विचारन दी, वो उधर नूं दौड़ा रहिंदा। मन इहनूं चुप कोई भी नहीं करा सकदा, ते फिर गुरु साहब मन नूं चुप करा सकदे हैं। मन नूं चुप गुरु साहब करा सकदे ने, कोई होर नहीं करा सकदा। गुरु साहब उदों चुप कराउंदे ने जदों जीव अपने मन नूं गुरु किरपा सदका गुरु चरनां नाल जोड़ लैंदा है।
ਗੁਰੂ ਚਰਨਾਂ ਨਾਲ ਜੁੜਨ ਦਾ ਮਤਲਬ ਪਾਠ ਕਰ ਲੈਣਾ, ਕੋਈ ਗ੍ਰੰਥ ਪੜ੍ਹ ਲੈਣਾ, ਵੇਦ ਪੜ੍ਹ ਲੈਣੇ, ਜਾਂ ਕਿਤਾਬਾਂ ਪੜ੍ਹ ਲੈਣੀਆਂ, ਜਾਂ ਕੋਈ ਟੀਕੇ ਪੜ੍ਹ ਲੈਣੇ, ਹੋਰ ਵੀ ਕੋਈ ਇਸ ਤਰ੍ਹਾਂ ਦੇ ਉਪਰਾਲੇ ਕਰ ਲੈਣੇ, ਉਹਦੇ ਨਾਲ ਮਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਹੀਂ ਜੁੜਦਾ। ਮਨ ਤਾਂ ਜਿਹੜੀਆਂ ਅਸੀਂ ਕਿਤਾਬਾਂ ਪੜ੍ਹਦੇ ਹਾਂ ਉਸ ਪਾਸੇ ਦੌੜੀ ਜਾਂਦਾ, ਉਸ ਪਾਸੇ ਨੂੰ ਸੋਚੀ ਜਾਂਦਾ। ਮਨ ਜਿਹੜੀਆਂ ਅਸੀਂ ਵਿਚਾਰਾਂ ਸੁਣਦੇ ਹਾਂ ਕਿਸੇ ਤੋਂ, ਮਨ ਜੋੜਨ ਦੀ ਵਿਚਾਰ ਸੁਣਦੇ ਹਾਂ, ਮਨ ਨੂੰ ਕਿਵੇਂ ਜੋੜ, ਉਹ ਸਾਡਾ ਮਨ ਉਸ ਪਾਸੇ ਨੂੰ ਦੌੜੀ ਜਾਂਦਾ, ਉਹਨਾਂ ਵਿਚਾਰਾਂ ਦੇ ਉੱਤੇ ਵਿਚਾਰ ਕਰਨ ਲੱਗ ਜਾਂਦਾ, ਚੁੱਪ ਨਹੀਂ ਕਰਦਾ। ਤੇ ਫਿਰ ਗੁਰੂ ਸਾਹਿਬ ਤੋਂ ਚੁੱਪ ਹੋ ਸਕਦਾ। ਗੁਰੂ ਸਾਹਿਬ ਤਦ ਚੁੱਪ ਕਰਾ ਸਕਦੇ ਨੇ ਅਗਰ ਅਸੀਂ ਗੁਰੂ ਸਾਹਿਬ ਦੇ ਨਾਲ ਅੰਦਰੋਂ ਜੁੜ ਜਾਈਏ। ਕਿਸੇ ਨੂੰ ਚੁੱਪ ਕਰਾਉਣ ਦਾ ਤਰੀਕਾ ਗੁਰੂ ਸਾਹਿਬ ਕੋਲੇ, ਮਨ ਨੂੰ ਚੁੱਪ ਕਰਾਉਣ ਦਾ ਕੀ ਤਰੀਕਾ ਹੈ, ਕਿਹੜੇ ਢੰਗ ਨਾਲ ਮਨ ਚੁੱਪ ਹੋ ਸਕਦਾ ਹੈ? ਮਨ ਤੇ ਬੋਲ ਰਿਹਾ, ਮਨ ਚੁੱਪ ਨਹੀਂ ਕਰਦਾ। ਜਿੰਨਾ ਦੇਰ ਤੱਕ ਮਨ ਚੁੱਪ ਨਹੀਂ ਕਰਦਾ ਉਨੀ ਦੇਰ ਭਗਤੀ ਨਹੀਂ ਹੋ ਸਕਦੀ। ਮਨ ਅੰਤਰ ਬੋਲਾ ਸਭ ਕੋਈ। ਕਬੀਰ ਸਾਹਿਬ ਦੱਸਦੇ ਹਨ ਕਿ ਮਨ ਦੇ ਅੰਦਰ ਹਰ ਇੱਕ ਜੀਵ ਬੋਲ ਰਿਹਾ। ਮਨ ਮਾਰੇ ਬਿਨ ਭਗਤੀ ਨਾ ਹੋਈ। ਕਬੀਰ ਸਾਹਿਬ ਕਹਿੰਦੇ ਮਨ ਨੂੰ ਮਾਰੇ ਬਿਨਾ ਭਗਤੀ ਨਹੀਂ ਹੋ ਸਕਦੀ। ਤੇ ਮਨ ਚੁੱਪ ਨਹੀਂ ਕਰਦਾ, ਬਿਨਾ ਮਰੇ ਬਿਨਾ ਮਾਰੇ ਮਨ ਚੁੱਪ ਨਹੀਂ ਕਰ ਸਕਦਾ, ਕਿਉਂਕਿ ਜਿਉਂਦਾ ਬੰਦਾ ਬੋਲੀ ਜਾ ਰਿਹਾ। ਇਸੇ ਤਰ੍ਹਾਂ ਮਨ ਜਦ ਤੱਕ ਜਿਉਂਦਾ ਹੈ, ਭਾਵ ਜਦ ਤੱਕ ਦੂਸਰੇ ਪਾਸੇ ਲੱਗਿਆ ਹੋਇਆ, ਉਹ ਚੁੱਪ ਨਹੀਂ ਕਰਦਾ। ਜਦ ਤੱਕ ਉਹਨੂੰ ਕਾਬੂ ਨਹੀਂ ਕਰਦਾ ਕੋਈ, ਉਹਦੇ ਤੇ ਕੋਈ ਚੁੱਪ ਨਹੀਂ ਕਰਦਾ। ਗੁਰੂ ਸਾਹਿਬ ਕੋਲ ਕਾਬੂ ਕਰਨ ਦਾ ਤਰੀਕਾ ਹੈ, ਉਹ ਕਰਦੇ ਨਹੀਂ। ਹੋਰ ਕੋਈ ਤਰੀਕਾ ਨਹੀਂ, ਹੋਰ ਕੋਈ ਬੰਦਾ ਕਾਬੂ ਨਹੀਂ ਕਰ ਸਕਦਾ, ਕਿਉਂਕਿ ਬੜਾ ਬਲਵਾਨ ਹੈ। ਇਹਨੂੰ ਕਿੱਦਾਂ ਕਾਬੂ ਕਰੋਗੇ? ਇਹਨੂੰ ਗੁਰੂ ਸਾਹਿਬ ਕਿਸ ਤਰ੍ਹਾਂ ਕਾਬੂ ਕਰਦੇ ਹੈ? ਗੁਰੂ ਸਾਹਿਬ ਇਸ ਨੂੰ ਜਦੋਂ ਜੀਵ ਅੰਦਰੋਂ ਸੱਚ ਦੇ ਨਾਲ ਜੁੜਦਾ ਹੈ, ਅੰਮ੍ਰਿਤ ਅੰਦਰੋਂ ਲੈਣਾ ਸ਼ੁਰੂ ਕਰਦਾ ਹੈ, ਭਾਵ ਜਦੋਂ ਜੀਵ ਧਿਆਨ ਲਾਉਂਦਾ, ਸਮਾਧੀ ਲਾਉਂਦਾ। ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਸਮਾਧੀ ਨਾਲ ਵੀ ਚੁੱਪ ਨਹੀਂ ਕਰਦਾ, ਪਰ ਇੱਕ ਸਮਾਧੀ ਹੈ ਜਿੱਥੇ ਜਾ ਕੇ ਮਨ ਚੁੱਪ ਕਰਦਾ। ਉਹ ਕਿਹੜੀ ਸਮਾਧੀ ਹੈ, ਕਿਸ ਤਰ੍ਹਾਂ ਦੀ ਹੈ? ਜਦੋਂ ਅਸੀਂ ਧਿਆਨ ਕਰਦੇ ਗੁਰੂ ਸਾਹਿਬ ਦਾ, ਤੇ ਗੁਰੂ ਸਾਹਿਬ ਦਾ ਚਰਨਾਂ ਦਾ ਧਿਆਨ ਕਰਦੇ, ਤਾਂ ਗੁਰੂ ਸਾਹਿਬ ਦੇ ਚਰਨਾਂ ਚੋਂ ਜੀਵ ਨੂੰ ਚਰਨਾਮਤ ਮਿਲਦਾ ਹੈ। ਚਰਨਾਮਤ, ਚਰਨਾਂ ਚੋਂ ਅੰਮ੍ਰਿਤ ਦੀ ਪ੍ਰਾਪਤੀ। ਚਰਨਾਂ ਦੇ ਅੰਮ੍ਰਿਤ ਦੀ ਪ੍ਰਾਪਤੀ ਇਹ ਨਾ ਸਮਝ ਲੈਣਾ ਕਿ ਕੋਈ ਕਿਸੇ ਮਹਾਂਪੁਰਖ ਦੇ, ਕਿਸੇ ਸਾਧੂ ਦੇ, ਕਿਸੇ ਸੰਤ ਦੇ, ਜਿਹਨੂੰ ਅਸੀਂ ਗੁਰੂ ਮੰਨਦੇ ਹਾਂ, ਉਹਦੇ ਪੈਰ ਧੋ ਕੇ ਪੀ ਲੈ ਤੇ ਪੈਰਾਂ ਦੇ ਉੱਤੋਂ ਦੀ ਪਾਣੀ ਧੋ ਕੇ ਪੀਣ ਨਾਲ ਉਹ ਚਰਨਾਮਤ ਬਣ ਜਾਏਗਾ। ਉਹ ਚਰਨਾਮਤ ਨਹੀਂ ਬਣਦਾ, ਉਹ ਪਾਣੀ ਰਹਿੰਦਾ। ਚਰਨਾਮਤ ਕੀ ਹੈ? ਚਰਨਾਮਤ ਮੀਨਸ ਅੰਦਰੋਂ ਜਦੋਂ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਕਰਦੇ ਹਾਂ ਅਸੀਂ, ਤਾਂ ਉਹਨਾਂ ਦੇ ਚਰਨਾਂ ਦਾ ਧਿਆਨ ਦੇ ਸਦਕਾ ਸਾਨੂੰ ਜੋ ਅੰਮ੍ਰਿਤ ਪ੍ਰਾਪਤ ਹੁੰਦਾ, ਉਸ ਨੂੰ ਚਰਨਾਮਤ ਕਹਿੰਦੇ। ਅੰਮ੍ਰਿਤ ਕੋਈ ਪਾਣੀ ਦੀ ਤਰ੍ਹਾਂ ਨਹੀਂ, ਜਲ ਦੀ ਤਰ੍ਹਾਂ ਨਹੀਂ, ਉਹ ਤਾਂ ਕਿਰਪਾ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਹੈ। ਕਬੀਰ ਸਾਹਿਬ ਦੱਸਦੇ ਹਨ, ਬਿਨ ਜਲ ਬੂੰਦ ਪਰਤ ਜਹਾਂ ਭਾਰੀ, ਨਹੀਂ ਮੀਠਾ ਨਹੀਂ ਖਾਰਾ। ਕਹਿੰਦੇ ਉਹ ਜਿਹੜੀ ਵਰਖਾ ਹੈ ਅੰਮ੍ਰਿਤ ਦੀ, ਉਹ ਕੈਸੀ ਹੈ? ਉਹ ਕਹਿੰਦੇ ਬਿਨਾ ਪਾਣੀ ਤੋਂ ਹੈ, ਬਿਨਾ ਜਲ ਤੋਂ ਹੈ, ਬਿਨਾ ਪਾਣੀ ਤੋਂ ਹੈ। ਉਹ ਨਾ ਮਿੱਠੀ ਹੈ ਨਾ ਖਾਰੀ ਹੈ, ਭਾਵੇਂ ਦਾ ਕੋਈ ਸਵਾਦ ਵੀ ਨਹੀਂ ਦੱਸ ਸਕਦਾ, ਕਿਉਂਕਿ ਜੇ ਤਾਂ ਕੋਈ ਪਾਣੀ ਹੋਵੇ ਤਾਂ ਦੱਸੇ। ਉਹ ਤਾਂ ਇੱਕ ਉਸ ਮਾਲਿਕ ਦੀ ਕਿਰਪਾ ਹੈ, ਸਤਿਗੁਰੂ ਦੀ ਕਿਰਪਾ ਹੈ, ਜਿਹੜੀ ਅੰਮ੍ਰਿਤ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਜੀਵ ਨੂੰ। ਤੇ ਉਸ ਅੰਮ੍ਰਿਤ ਦੇ ਅੰਦਰ ਨਸ਼ਾ ਹੈ। ਜਿਵੇਂ ਅਸੀਂ ਗੁਰੂ ਸਾਹਿਬ ਦੀ ਬਾਣੀ ਵਿੱਚ ਦੇਖਦੇ ਹਾਂ, ਮਹਾਂਪੁਰਖ ਦੱਸਦੇ ਹਨ ਕਿ ਭਾਈ ਜਦੋਂ ਤੂੰ ਅੰਦਰ ਉਸ ਮਾਲਕ ਦਾ ਧਿਆਨ ਕਰੇਗਾ ਤੇ ਤੈਨੂੰ ਅੰਮ੍ਰਿਤ ਪ੍ਰਾਪਤ ਹੋਏਗਾ, ਔਰ ਉਸ ਅੰਮ੍ਰਿਤ ਦੇ ਅੰਦਰ ਇੱਕ ਨਸ਼ਾ ਹੈ, ਆਨੰਦ ਹੈ। ਜਦੋਂ ਜੀਵ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਜਾਂਦਾ, ਲਿਵ ਲਾ ਲੈਂਦਾ, ਤਾਂ ਉਸ ਨੂੰ ਚੰਦਰੋਂ ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਹੁੰਦੀ। ਉਸ ਕਿਰਪਾ ਦੇ ਅੰਦਰ ਨਸ਼ਾ ਹੁੰਦਾ, ਹੋਰ ਕੋਈ ਤਰੀਕਾ ਨਹੀਂ। ਕਿਰਪਾ ਦੇ ਵਿੱਚੋਂ ਜੋ ਨਸ਼ਾ ਹੁੰਦਾ, ਉਸ ਨਸ਼ੇ ਦੇ ਨਾਲ ਜਦੋਂ ਮਨ ਨੂੰ ਨਸ਼ੇ ਦੀ ਪ੍ਰਾਪਤੀ ਹੁੰਦੀ ਹੈ, ਤਾਂ ਉਹ ਮਨ ਨਸ਼ੇ ਵਿੱਚ ਆ ਕੇ ਚੁੱਪ ਕਰਦਾ ਹੈ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਈ ਸੰਗਤ ਦੇ ਵਿੱਚ ਜਿਹੜੇ ਸ਼ਰਾਬ ਪੀਣ ਵਾਲੇ ਲੋਕ ਹਨ, ਉਹਨਾਂ ਦਾ ਤਜਰਬਾ ਹੈ। ਕਈ ਵਾਰੀ ਜੀ ਬੋਲਣ ਬਹੁਤ ਲੱਗ ਜਾਂਦਾ, ਥੋੜੀ ਜਿਹੀ ਸ਼ਰਾਬ ਪੀਂਦਾ ਤੇ ਬੋਲਣਾ ਸ਼ੁਰੂ ਕਰ ਦਿੰਦਾ। ਜਿੰਨੀ ਕੁ ਪੀਂਦਾ ਤੇ ਉਹ ਜ਼ਿਆਦਾ ਬੋਲਣਾ ਸ਼ੁਰੂ ਕਰਦਾ ਹੈ। ਇਸੇ ਤਰ੍ਹਾਂ ਜਦੋਂ ਬੰਦੇ ਨੂੰ ਸੋਝੀ ਆਉਂਦੀ ਨਾ ਗੁਰੂ ਸਾਹਿਬ ਦੀ, ਥੋੜਾ ਜਿਹਾ ਲੱਗਦਾ ਉਸ ਪਾਸੇ, ਉਹ ਲੋਕਾਂ ਨੂੰ ਗਿਆਨ ਦੇਣਾ ਸ਼ੁਰੂ ਕਰ ਦਿੰਦਾ।
ਉਹ ਲੱਗਦਾ ਕਿ ਮੈਂ ਸਾਰੀ ਦੁਨੀਆ ਨੂੰ ਹੁਣ ਸੋਝੀ ਮੈਂ ਹੀ ਦੇ ਦਾਂਗਾ। ਉਹਦੇ ਅੰਦਰ ਬੋਲਣ ਦੀ ਹੋਰ ਪ੍ਰਬਲ ਇੱਛਾ ਪੈਦਾ ਹੋ ਜਾਂਦੀ, ਚੁੱਪ ਕਰਨ ਦੀ ਨਹੀਂ। ਬੰਦਗੀ ਤੇ ਬੈਠਿਆਂ ਵੀ ਬੋਲਦਾ, ਲੋਕਾਂ 'ਚ ਵਿਚਰਦਿਆਂ ਵੀ ਬੋਲਦਾ, ਚੁੱਪ ਨਹੀਂ ਕਰਦਾ। ਪਰ ਇਹ ਜਦੋਂ ਫਿਰ ਸ਼ਰਾਬੀਆਂ ਦੀ ਮਹਿਫਿਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜੀਵ ਹੋ ਜਾਵੇ, ਕਿਸੇ ਨੂੰ ਤੰਗ ਕਰਨ ਲੱਗ ਜਾਂਦਾ ਬੋਲ ਕੇ, ਉਹ ਕਹਿੰਦੇ ਇਹਨੂੰ 2 ਪੈਗ ਹੋਰ ਦੇ ਦਿਓ ਤਾਂ ਕਿ ਇਹ ਨਸ਼ੇ 'ਚ ਹੋ ਜਾਊਗਾ, ਫਿਰ ਇਹ ਡਿੱਗ ਜਾਊਗਾ ਤੇ ਇਹਨੂੰ ਚੱਕ ਕੇ ਘਰ ਛੱਡ ਆਵਾਂਗੇ। ਔਰ ਉਹਨੂੰ ਹੋਰ ਥੋੜ੍ਹੀ ਜਿਹੀ ਪਿਲਾ ਦਿੰਦੇ ਤੇ ਜਦੋਂ ਪੀ ਲੈਂਦਾ ਤੇ ਉਸ ਨੂੰ 2 ਬੰਦੇ ਫੜਦੇ ਤੇ ਫੜ ਕੇ ਉਹਦੇ ਘਰ ਛੱਡ ਆਉਂਦੇ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਜਦੋਂ ਅਸੀਂ ਚਰਨਾਂ ਦਾ ਧਿਆਨ ਕਰਦੇ ਹਾਂ, ਗੁਰੂ ਸਾਹਿਬ ਦੇ ਚਰਨਾਂ ਦੇ ਧਿਆਨ ਕਰਨ ਨਾਲ ਸਾਨੂੰ ਅੰਦਰੋਂ ਜੀਵ ਨੂੰ ਨਸ਼ਾ ਪ੍ਰਾਪਤ ਹੁੰਦਾ। ਉਸ ਨਸ਼ੇ ਦੇ ਸਦਕਾ ਇਹ ਮਨ ਨਸ਼ੇ ਵਿੱਚ ਹੋ ਕੇ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਂਦਾ, ਸਾਰਾ ਕੁਝ ਭੁੱਲ ਜਾਂਦਾ, ਸਿਰਫ ਉਸ ਮਾਲਕ ਨੂੰ ਹੀ ਯਾਦ ਕਰਦਾ ਹੈ। ਤੇ ਫਿਰ ਗੁਰੂ ਸਾਹਿਬ ਜਿਸ ਤਰ੍ਹਾਂ ਇੱਕ ਸ਼ਰਾਬੀ ਨੂੰ 2 ਬੰਦੇ ਘਰ ਫੜ ਕੇ ਛੱਡ ਆਉਂਦੇ ਨਾ, ਇਸੇ ਤਰ੍ਹਾਂ ਇਸ ਮਨ ਨੂੰ ਨਸ਼ੇ ਵਿੱਚ ਲਿਆ ਕੇ ਚੁੱਪ ਕਰਾ ਲੈਂਦੇ ਹਨ। ਚੁੱਪ ਕਰਾ ਕੇ ਫਿਰ ਇਸ ਨੂੰ ਆਪਣੇ ਘਰ ਲੈ ਕੇ ਜਾਂਦੇ ਨੇ, ਨਹੀਂ ਤਾਂ ਇਹ ਗੁਰੂ ਸਾਹਿਬ ਦੇ ਘਰ ਵੱਲ ਨੂੰ ਨਹੀਂ ਜਾਂਦਾ, ਦੁਨੀਆ ਦੇ ਵਿੱਚ ਹੀ ਫਸਿਆ ਰਹਿੰਦਾ। ਕਿਉਂਕਿ ਪਰ ਇਹ ਨਸ਼ਾ ਸਿਰਫ ਇੱਕੋ ਧਿਆਨ 'ਚੋਂ ਆਉਂਦਾ, ਹੋਰ ਕਿਸ ਤੋਂ ਨਹੀਂ ਆਉਂਦਾ। ਕਿਸੇ ਵੀ ਜਗ੍ਹਾ ਤੇ ਹੋਰ ਨਸ਼ਾ ਨਹੀਂ ਮਿਲਦਾ। ਕਿਹੜਾ ਧਿਆਨ? ਕਿੱਥੇ ਧਿਆਨ ਕਰਨ ਦੇ ਨਾਲ ਉਹ ਨਸ਼ੇ ਦੀ ਪ੍ਰਾਪਤੀ ਹੁੰਦੀ। ਕਿਉਂਕਿ ਸਰੀਰ ਦੇ ਅੰਦਰ ਧਿਆਨ ਕਰਨ ਦੀ ਕਈ ਜਗ੍ਹਾ ਤੇ ਕਈ ਲੋਕ ਗੱਲ ਕਰਦੇ ਹਨ, 6 ਚੱਕਰਾਂ ਦੀ ਗੱਲ ਕਰਦੇ ਹਨ। ਗੁਦਾ ਚੱਕਰ, ਜਣਨਿਆ ਚੱਕਰ, ਨਾਭੀ ਚੱਕਰ, ਹਿਰਦਾ ਚੱਕਰ, ਕੰਠ ਚੱਕਰ, ਆਗਿਆ ਚੱਕਰ। ਇਹ 6 ਸਥਾਨ ਹਨ ਜਿਨ੍ਹਾਂ ਦਾ ਅਲੱਗ-ਅਲੱਗ ਯੋਗੀ ਜਨ ਧਿਆਨ ਕਰਦੇ ਹਨ। ਸਭ ਤੋਂ ਜ਼ਿਆਦਾ ਧਿਆਨ ਆਗਿਆ ਚੱਕਰ ਦਾ ਤੇ ਨਾਭੀ ਚੱਕਰ ਦਾ ਕਰਦੇ ਹਨ। ਆਗਿਆ ਚੱਕਰ ਦਾ ਧਿਆਨ ਇੱਥੇ ਕੀਤਾ ਜਾਂਦਾ ਮੱਥੇ ਦੇ ਸਾਹਮਣੇ। ਜਦੋਂ ਵੀ ਕੋਈ ਬੰਦਾ ਕਿਸੇ ਦੇਵੀ ਦੇਵਤੇ ਦੀ ਕੋਈ ਰਿੱਧੀ ਸਿੱਧੀ ਕਰਦਾ ਤਾਂ ਉਹ ਧਿਆਨ ਇਸ ਜਗ੍ਹਾ ਤੇ ਕਰਦਾ, ਮੱਥੇ ਤੇ ਸਾਹਮਣੇ ਧਿਆਨ ਲਾਉਂਦਾ ਹੈ। ਇਸ ਨੂੰ ਅਸੀਂ ਸਿੰਪਲ ਮੈਡੀਟੇਸ਼ਨ ਆਖ ਸਕਦੇ ਹਾਂ, ਸਧਾਰਨ ਧਿਆਨ। ਇਸ ਧਿਆਨ ਦੇ ਅੰਦਰ ਜੀਵ ਨੂੰ ਨਸ਼ਾ ਨਹੀਂ ਮਿਲਦਾ, ਬਲਕਿ ਉਲਟਾ ਉਸ ਜੀਵ ਨੂੰ ਤਕਲੀਫ ਕਈ ਵਾਰੀ ਹੋ ਸਕਦੀ। ਜੇ ਜ਼ਿਆਦਾ ਜ਼ੋਰ ਨਾਲ ਧਿਆਨ ਕਰਦਾ ਤਾਂ ਉਸ ਦਾ ਸਿਰ ਮੱਥਾ ਫਟਣ ਲੱਗ ਜਾਂਦਾ ਹੈ, ਉਸ ਦਾ ਸਰੀਰ ਟੁੱਟਣ ਲੱਗ ਜਾਂਦਾ ਔਰ ਸਰੀਰ ਨੂੰ ਥਕਾਵਟ ਹੋਣ ਲੱਗ ਜਾਂਦੀ। ਔਰ ਧਿਆਨ ਕਰਨ ਤੋਂ ਬਾਅਦ ਉਹਦਾ ਹਾਲ ਇਹ ਹੋ ਜਾਂਦਾ ਕਿ ਉਹਨੂੰ ਡਿੱਗਣਾ ਪੈਂਦਾ, ਨਿਢਾਲ ਹੋ ਕੇ ਗਿਰ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਧਿਆਨ 6 ਚੱਕਰਾਂ ਦਾ ਅਲੱਗ-ਅਲੱਗ ਧਿਆਨ ਹੈ। ਕਈ ਜੀਵ ਕੁੰਡਲਨੀ ਜਾਗਰਣ ਦਾ ਕਹਿੰਦੇ ਹਨ, ਨਾਭੀ ਦਾ ਧਿਆਨ ਕਰਦੇ ਹਨ, ਉਹਨੂੰ ਕੁੰਡਲਨੀ ਜਾਗਰਣ ਕਹਿੰਦੇ ਹਨ। ਕੁੰਡਲਨੀ ਜਾਗਰਣ ਦੇ ਨਾਲ ਕਈ ਜੀਵਾਂ ਦਾ ਐਸਾ ਹਾਲ ਹੁੰਦਾ ਕਿ ਉਹ ਕੁੰਡਲਨੀ ਜਗਾਉਂਦੇ ਜਗਾਉਂਦੇ ਆਪਣੀ ਰੀੜ੍ਹ ਦੀ ਹੱਡੀ ਨੂੰ ਖਰਾਬ ਕਰ ਲੈਂਦੇ ਹਨ। ਕਿਉਂਕਿ ਉੱਥੇ ਵੀ ਤੁਸੀਂ ਜਦੋਂ ਧੱਕਾ ਕਰਦਾ ਜੀਵ ਤਾਂ ਇਹ ਅਵਸਥਾ ਹੋ ਜਾਂਦੀ ਕਿ ਉਹਦੇ ਸਰੀਰ ਦੀ ਰੀੜ੍ਹ ਦੀ ਹੱਡੀ ਖਰਾਬ ਹੋ ਜਾਂਦੀ ਹੈ। ਇਸੇ ਤਰ੍ਹਾਂ ਦੂਸਰੇ ਧਿਆਨ ਹਨ ਜਿਨ੍ਹਾਂ ਦੇ ਅਲੱਗ-ਅਲੱਗ ਜਿਹਦੇ ਕਰਨ ਦੇ ਨਾਲ ਬੰਦੇ ਨੂੰ ਤਕਲੀਫ ਹੋ ਸਕਦੀ ਔਰ ਅਮੂਮਨ ਹੁੰਦੀ, ਪ੍ਰਾਪਤੀ ਨਹੀਂ। ਕਿਉਂਕਿ ਇਹ ਜਿਸ ਤਰ੍ਹਾਂ ਕਹਿ ਲਈਏ ਅਸੀਂ ਪਰਮਾਤਮਾ ਕਿੱਥੇ ਵਸਦਾ ਹੈ, ਆਤਮਾ ਕਿੱਥੇ ਵਸਦੀ? ਆਤਮਾ ਬ੍ਰਹਮ ਦੇ ਵਿੱਚ ਵਸਦੀ, ਪਰਮਾਤਮਾ ਪਾਰ ਬ੍ਰਹਮ ਦੇ ਵਿੱਚ ਵਸਦਾ, ਬ੍ਰਹਮ ਤੋਂ ਪਰੇ। ਮੱਥੇ ਤੱਕ ਸਾਡਾ ਸਰੀਰ ਬ੍ਰਹਮ ਦਾ ਹੈ, ਮੱਥੇ ਤੋਂ ਉੱਪਰ ਜਿੱਥੇ ਪ੍ਰਮਾਤਮਾ ਦਾ ਵਾਸਾ ਹੈ ਉਹ ਪਾਰ ਬ੍ਰਹਮ ਦਾ ਹੈ। ਜਦੋਂ ਅਸੀਂ ਬ੍ਰਹਮ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਵੀ ਚੱਕਰ ਦਾ ਧਿਆਨ ਕਰਾਂਗੇ ਤਾਂ ਜੇ ਅਸੀਂ ਉਹ ਦਰਵਾਜ਼ੇ ਨੂੰ ਖੋਲ ਵੀ ਲਈਏ, ਅਸੀਂ ਉਸ ਚੱਕਰ ਦਾ ਧਿਆਨ ਕਰਕੇ ਉਸ ਚੱਕਰ 'ਚੋਂ ਕੋਈ ਪ੍ਰਾਪਤੀ ਕਰ ਵੀ ਲਈਏ ਤਾਂ ਅਸੀਂ ਬ੍ਰਹਮ ਦੇ ਵਿੱਚ ਹੀ ਸਾਡਾ ਦਰਵਾਜ਼ਾ ਖੁੱਲੇਗਾ। ਪਰਮੇਸ਼ਰ ਦੇ ਘਰ ਉਹ ਦਰਵਾਜ਼ਾ ਨਹੀਂ ਜਾਏਗਾ, ਪਾਰ ਬ੍ਰਹਮ 'ਚ ਨਹੀਂ ਜਾਏਗਾ। ਪਾਰ ਬ੍ਰਹਮ ਦੇ ਵਿੱਚ ਤਾਂ ਸਿਰਫ ਉੱਪਰ ਦਾ ਧਿਆਨ ਕਰਨ ਦੇ ਨਾਲ, ਜਿੱਥੇ 10ਵਾਂ ਦਰਵਾਜ਼ਾ ਹੈ ਉੱਥੇ ਧਿਆਨ ਕਰਨ ਦੇ ਨਾਲ ਇਸ ਬ੍ਰਹਮ ਦੇ ਚੱਕਰ 'ਚੋਂ ਜੀਵ ਨਿਕਲ ਕੇ ਜਾ ਸਕਦਾ, ਉਸ ਤੋਂ ਪਹਿਲਾਂ ਨਹੀਂ। ਤਾਂ ਫਿਰ ਅਸੀਂ ਧਿਆਨ ਜਦੋਂ ਥੱਲੇ ਦਾ ਕਰਦੇ ਹਾਂ ਤਾਂ ਅਸੀਂ ਉਸ ਧਿਆਨ ਦੇ ਵਿੱਚੋਂ ਜੇ ਪ੍ਰਾਪਤੀ ਵੀ ਕਰਦੇ ਹਾਂ ਤਾਂ ਅਸੀਂ ਮੁੜ ਕੇ ਇਸ ਸੰਸਾਰ ਦੇ ਵਿੱਚ ਹੀ ਰਹਿਣ ਦੀ ਅਵਸਥਾ ਵਿੱਚ ਰਹਿ ਜਾਂਦੇ ਹਾਂ। ਅਸੀਂ ਜਨਮ ਮਰਨ ਤੋਂ ਪਰੇ ਨਹੀਂ ਜਾ ਸਕਦੇ, ਪਾਪ ਪਰਮੇਸ਼ਰ ਦੇ ਘਰ ਨਹੀਂ ਜਾ ਸਕਦੇ।
ਨਾ ਹੀ ਇਹਦੇ 'ਚ ਨਸ਼ਾ ਹੈ। ਪਰ ਜਦੋਂ ਜੀਵ ਅਧਿਆਤਮਿਕ ਧਿਆਨ ਕਰਦਾ ਹੈ, ਗੁਰਮਤਿ ਦੇ ਮੁਤਾਬਕ ਜੋ ਗੁਰੂ ਸਾਹਿਬ ਦੱਸਦੇ ਹਨ ਉਹ ਧਿਆਨ ਕਰਦਾ। ਮਹਾਂਪੁਰਖ ਬਹੁਤ ਦੱਸਦੇ ਹਨ, ਕੋਈ ਲੁਕਾਉਂਦੇ ਨਹੀਂ, ਛੁਪਾਉਂਦੇ ਨਹੀਂ। ਉਹ ਕਹਿੰਦੇ ਧਿਆਨ ਕਰਨਾ ਹੈ ਭਾਈ ਤਾਂ ਗੁਰੂ ਚਰਨਾਂ ਦਾ ਧਿਆਨ ਕਰਨਾ, ਉੱਥੇ ਕਰ ਜਿੱਥੇ ਗੁਰੂ ਵਸਦਾ। ਇੱਥੇ ਗੁਰੂ ਵਸਦਾ ਹੀ ਨਹੀਂ, ਇੱਥੇ ਧੁਨੀ 'ਚ ਗੁਰੂ ਵਸਦਾ ਹੀ ਨਹੀਂ, ਥੱਲੇ ਦੇ 6 ਚੱਕਰਾਂ 'ਚ ਗੁਰੂ ਵਸਦਾ ਹੀ ਨਹੀਂ, ਤੇ ਗੁਰੂ ਸਾਹਿਬ ਦਾ ਤੂੰ ਧਿਆਨ ਚਰਨਾਂ ਦਾ ਕਿੱਦਾਂ ਕਰੇਗਾ? ਗੁਰੂ ਸਾਹਿਬ ਤੇ ਗਗਨ ਵਿੱਚ 10ਵੀਂ ਨਿਜ ਘਰ ਵਸਦੇ ਹਨ। 10ਵਾਂ ਦੁਆਰ ਲੰਘਣ ਤੋਂ ਬਾਅਦ ਉਸ ਜਗ੍ਹਾ ਤੇ ਵਸਦੇ ਹਨ ਜਿਸ ਨੂੰ ਅਸੀਂ ਗਗਨ ਕਹਿੰਦੇ ਹਾਂ। ਗਗਨ ਦਾ ਹਿੱਸਾ ਉੱਪਰ ਵਾਲਾ ਹੈ, ਜਿਹਨੂੰ 7ਵਾਂ ਅਸਮਾਨ ਵੀ ਕਹਿ ਦਿੰਦੇ ਹਨ। ਕਈ ਵਾਰ ਜਦੋਂ ਉੱਥੇ ਧਿਆਨ ਕੀਤਾ ਜਾਂਦਾ ਤੇ ਉੱਥੇ ਧਿਆਨ ਕਰਨ ਦੇ ਨਾਲ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚੋਂ ਅੰਮ੍ਰਿਤ ਪ੍ਰਾਪਤ ਕਰਦੇ ਹਾਂ, ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਕਿਰਪਾ ਪ੍ਰਾਪਤ ਕਰਦੇ ਹਾਂ। ਉਹ ਜੋ ਕਿਰਪਾ ਹੈ ਗੁਰੂ ਸਾਹਿਬ ਦੇ ਚਰਨਾਂ 'ਚੋਂ ਪ੍ਰਾਪਤ ਕੀਤੀ ਹੋਈ, ਉਹੀ ਨਸ਼ਾ ਦਿੰਦੀ ਹੈ। ਉਸ ਨਸ਼ੇ ਦੇ ਨਾਲ ਹੀ ਜੀਵ ਆਤਮਾ ਜਿਹੜੀ ਹੈ, ਉਹਦਾ ਜਿਹੜਾ ਦੂਸਰਾ ਰੂਪ ਹੈ ਮਨ, ਉਹ ਚੁੱਪ ਕਰਦਾ ਹੈ। ਉਸ ਤੋਂ ਪਹਿਲਾਂ ਮਨ ਚੁੱਪ ਨਹੀਂ ਕਰਦਾ। ਮਨ ਨਸ਼ੇ ਨਾਲ ਚੁੱਪ ਕਰਦਾ। ਜਦ ਨਸ਼ਾ ਗੁਰੂ ਸਾਹਿਬ ਦਿੰਦੇ ਹਨ ਤਾਂ ਇਸ ਨੂੰ ਚੁੱਪ ਕਰਾ ਕੇ ਫਿਰ ਆਪਣੇ ਉਸ ਘਰ ਵੱਲ ਲੈ ਕੇ ਜਾਂਦੇ ਨੇ। ਉਸ ਤੋਂ ਪਹਿਲਾਂ ਇਹ ਉਸ ਘਰ ਵੱਲ ਤੁਰਦਾ ਨਹੀਂ। ਇਸੇ ਲਈ ਗੁਰੂ ਸਾਹਿਬ ਕਹਿੰਦੇ ਚੁੱਪਾ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵਤਾਰ। ਜੇ ਸਮਾਧੀ ਲਾ ਕੇ ਵੀ ਬੈਠ ਜਾਵਾਂ ਤਦ ਵੀ ਇਹ ਚੁੱਪ ਨਹੀਂ ਕਰਦਾ। ਸਿਰਫ ਇਸ ਨੂੰ ਗੁਰੂ ਕਿਰਪਾ ਸਦਕਾ, ਉੱਪਰੋਂ ਗੁਰੂ ਦੀ ਕਿਰਪਾ ਨਾਲ ਜਦੋਂ ਨਸ਼ਾ ਮਿਲਦਾ, ਫਿਰ ਇਹ ਨਸ਼ੇ ਦੇ ਵਿੱਚ ਆ ਕੇ ਮਨ ਚੁੱਪ ਕਰਦਾ, ਤਾਂ ਜੀਵ ਦੀ ਭਗਤੀ ਸ਼ੁਰੂ ਹੁੰਦੀ। ਉਸ ਤੋਂ ਪਹਿਲਾਂ ਭਗਤੀ ਸ਼ੁਰੂ ਨਹੀਂ ਹੁੰਦੀ। ਜਿਸ ਤਰ੍ਹਾਂ ਕਬੀਰ ਸਾਹਿਬ ਦਾ ਸ਼ਲੋਕ ਵੀ ਅਸੀਂ ਲਿਆ, ਜਿਹੜੇ ਦੱਸਦੇ ਹਨ, ਮਨ ਅੰਤਰ ਬੋਲਾ ਸਭ ਕੋਈ, ਮਨ ਮਾਰੇ ਬਿਨ ਭਗਤੀ ਨਾ ਹੋਈ। ਮਾਰਨ ਦਾ ਮਤਲਬ ਪਾਪ ਮਰਿਆ ਕਿਹਨੂੰ ਕਹਿੰਦੇ? ਜਿਹਦਾ ਕੋਈ ਆਪਣਾ ਵਿਚਾਰ ਹੀ ਨਾ ਰਵੇ, ਨਿਰਵਿਚਾਰ ਹੋ ਜਾਵੇ, ਮਨ ਦਾ ਕੋਈ ਵਿਚਾਰ ਹੀ ਨਹੀਂ ਰਹਿੰਦਾ, ਮਨ ਕਿਸੇ ਪਾਸੇ ਜਾਂਦਾ ਹੀ ਨਹੀਂ, ਕਿਉਂਕਿ ਮਰਿਆ ਕਿਸੇ ਪਾਸੇ ਨਹੀਂ ਜਾ ਸਕਦਾ, ਉਹਦੀ ਕੋਈ ਸੋਚ ਹੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਦੋਂ ਮਨ ਕਾਬੂ ਆ ਜਾਂਦਾ ਗੁਰੂ ਸਾਹਿਬ ਦੇ, ਤਾਂ ਇਹਦੀ ਵੀ ਕੋਈ ਸੋਚ ਨਹੀਂ ਰਹਿੰਦੀ। ਪਰ ਇਹ ਕਾਬੂ ਉਦੋਂ ਹੀ ਆਉਂਦਾ ਜਦੋਂ ਇਹਦਾ ਧਿਆਨ ਉੱਪਰ ਲੱਗਦਾ। ਉੱਪਰਲਾ ਧਿਆਨ ਮਰਜ਼ੀ ਨਾਲ ਕੋਈ ਜੀਵ ਨਹੀਂ ਲਾ ਸਕਦਾ। ਅਗਰ ਮਰਜ਼ੀ ਨਾਲ ਇਹ ਧਿਆਨ ਲੱਗਦਾ ਹੋਵੇ ਜਾਂ ਲਾਇਆ ਜਾ ਸਕਦਾ ਹੋਵੇ ਤਾਂ ਸਾਰੀ ਦੁਨੀਆ ਹੀ ਲਾ ਲਵੇ। ਇਹ ਗੁਰੂ ਦੀ, ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਉੱਪਰਲਾ ਧਿਆਨ ਨਹੀਂ ਲੱਗਦਾ। ਇੱਥੇ ਤੱਕ ਦਾ ਧਿਆਨ ਕਿਸੇ ਗੁਰੂ ਦੀ ਜ਼ਰੂਰਤ ਵੀ ਨਹੀਂ, ਕਿਸੇ ਗਾਈਡ ਕਰਨ ਵਾਲੇ ਦੀ ਜ਼ਰੂਰਤ ਨਹੀਂ, ਕਿਸੇ ਤੋਂ ਮਦਦ ਲੈਣ ਦੀ ਜ਼ਰੂਰਤ ਨਹੀਂ, ਪਰਮਾਤਮਾ ਤੋਂ ਮਦਦ ਲੈਣ ਦੀ ਜ਼ਰੂਰਤ ਨਹੀਂ, ਸਤਿਗੁਰੂ ਤੋਂ ਮਦਦ ਲੈਣ ਦੀ ਜ਼ਰੂਰਤ ਨਹੀਂ, ਦੁਨੀਆ 'ਚੋਂ ਕਿਸੇ ਬੰਦੇ ਤੋਂ ਮਦਦ ਲੈਣ ਦੀ ਜ਼ਰੂਰਤ ਨਹੀਂ। ਅਗਰ ਤੁਸੀਂ ਮੱਥੇ ਤੱਕ 6 ਚੱਕਰਾਂ ਦਾ ਧਿਆਨ ਕਰਨਾ ਹੋਵੇ ਕਿਸੇ, ਪਰ ਉੱਪਰ ਦਾ ਧਿਆਨ 10ਵੇਂ ਦੁਆਰ ਦਾ, ਜਿੱਥੇ ਗੁਰੂ ਸਾਹਿਬ ਦਾ ਨਿਜ ਘਰ ਵਿੱਚ ਵਾਸ ਹੈ, ਉੱਥੇ ਦਾ ਧਿਆਨ, ਗਗਨ ਦਾ ਧਿਆਨ ਗੁਰੂ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਜਿੰਨੀ ਦੇਰ ਤੱਕ ਧਿਆਨ ਸਾਡਾ ਪਲਟ ਕੇ ਉੱਪਰ ਨਹੀਂ ਜਾਂਦਾ, ਉਨੀ ਦੇਰ ਤੱਕ ਸਾਡਾ ਧਿਆਨ ਉੱਪਰ ਨਹੀਂ ਲੱਗਦਾ। ਧਿਆਨ ਪਲਟਣਾ, ਗੁਰੂ ਸਾਹਿਬ ਵੀ ਕਹਿੰਦੇ ਹਨ, ਜਦ ਤੱਕ ਭਾਈ ਤੇਰਾ ਬਰਤਨ ਸਿੱਧਾ ਨਹੀਂ ਹੋਏਗਾ ਤਾਂ ਉਹਦੇ ਵਿੱਚ ਵਸਤੂ ਨਹੀਂ ਟਿਕੇਗੀ। ਊਂਦੇ ਭਾਂਡੇ ਕਛੂ ਨਾ ਸਮਾਵੈ, ਸਿੱਧੇ ਅੰਮ੍ਰਿਤ ਭਰੇ ਨਿਹਾਰ। ਗੁਰੂ ਸਾਹਿਬ ਕਹਿੰਦੇ ਪੁੱਠੇ ਬਰਤਨ ਦੇ ਵਿੱਚ ਕੁਝ ਨਹੀਂ ਠਹਿਰਦਾ, ਸਿੱਧੇ ਬਰਤਨ ਦੇ ਵਿੱਚ ਹੀ ਕੋਈ ਚੀਜ਼ ਪਾਈ ਜਾ ਸਕਦੀ, ਪੁੱਠੇ ਬਰਤਨ ਵਿੱਚ ਕੋਈ ਵਸਤੂ ਨਹੀਂ ਪੈਂਦੀ। ਹਣੀ ਅਸੀਂ ਪੁੱਠੇ ਔਰ ਸਿੱਧੇ ਦੀ ਗੱਲ ਕਿਸ ਤਰ੍ਹਾਂ ਸਮਝੀਏ? ਕਿਹਨੂੰ ਪੁੱਠਾ ਕਵਾਂਗੇ, ਕਿਹਨੂੰ ਸਿੱਧਾ ਕਵਾਂਗੇ? ਅਸਲ ਵਿੱਚ ਪੁੱਠਾ ਬਰਤਨ ਅਸੀਂ ਜੇ ਇੱਥੇ ਧਿਆਨ ਲਾਉਂਦੇ ਹਾਂ, ਜਦੋਂ ਅਸੀਂ ਧਿਆਨ ਇੱਥੋਂ ਲੈ ਕੇ ਪਿੱਛੇ ਲੈ ਕੇ ਜਾਂਦੇ, ਜਿਹਨੂੰ ਧਿਆਨ ਪਲਟਣਾ ਕਹਿੰਦੇ ਹਨ, ਜਾਂ ਕਈ ਮਹਾਂਪੁਰਖ ਪੁਰਾਣੇ ਜ਼ਮਾਨੇ ਵਿੱਚ ਖੋਪਰੀ ਉਲਟਾਉਣਾ ਵੀ ਕਹਿੰਦੇ ਸਨ। ਉਹਨਾਂ ਖੋਪਰੀ ਉਲਟਾਉਣ ਦੀ ਗੱਲ ਕੀਤੀ, ਕਿਸੇ ਤੋਂ ਸੁਣਿਆ ਵੀ ਖੋਪਰੀ ਉਲਟਾ ਲਓ। ਉਹ ਖੂਹ ਵਿੱਚ ਪੁੱਠੇ ਲਮਕ ਗਏ, ਸੰਗਲ ਪਾਏ ਲੱਤਾਂ 'ਚ, ਉੱਪਰ ਲਮਕ ਗਏ ਦਰਖਤ ਦੇ ਨਾਲ। ਉਹਨਾਂ ਸੋਚਿਆ ਕਿ ਸਾਡੀ ਖੋਪਰੀ ਪਲਟ ਗਈ। ਭਾਈ ਖੋਪਰੀ ਨਹੀਂ ਪਲਟੀ ਤੇਰੀ, ਤੇਰਾ ਸਾਰਾ ਸਰੀਰ ਹੀ ਉਲਟਾ ਹੋ ਗਿਆ। ਖੋਪਰੀ ਨਹੀਂ ਉਲਟੀ ਹੋਈ, ਤੇਰਾ ਸਰੀਰ ਉਲਟਾ ਹੋ ਗਿਆ। ਖੋਪਰੀ ਉਲਟ ਕਿਵੇਂ ਗਈ? ਕਿਉਂਕਿ ਸਰੀਰ ਦੀਆਂ ਲੱਤਾਂ ਪਹਿਲੇ ਥੱਲੇ ਨੂੰ ਸੀ ਤਾਂ ਖੋਪਰ ਉੱਪਰ ਇਸ ਤਰ੍ਹਾਂ ਸੀ। ਹੁਣ ਸਰੀਰ ਦੀਆਂ ਲੱਤਾਂ ਉੱਪਰ ਹੋ ਗਈਆਂ ਤਾਂ ਖੋਪਰ ਇਸ ਤਰ੍ਹਾਂ ਹੋ ਗਿਆ। ਖੋਪਰੀ ਦੀ ਅਵਸਥਾ ਨਹੀਂ ਬਦਲੀ।
ਪਰ ਜਿਹੜਾ ਧਿਆਨ ਪਲਟਣਾ ਕਹਿੰਦੇ ਹਨ, ਖੋਪਰੀ ਉਲਟਾਉਣਾ ਕਹਿੰਦੇ ਹਨ, ਉਹਦਾ ਮਤਲਬ ਧਿਆਨ ਪਲਟਣਾ। ਇੱਥੋਂ ਅਸੀਂ ਮੱਥੇ ਤੇ ਹੱਥ ਰੱਖ ਕੇ ਦੇਖੀਏ, ਇੱਥੋਂ ਜਦੋਂ ਅਸੀਂ ਧਿਆਨ ਨੂੰ ਪਿੱਛੇ ਲੈ ਕੇ ਜਾਂਦੇ ਹਾਂ ਤੇ ਸਾਡਾ ਜਿਹੜਾ ਹੱਥ ਹੈ ਇਹ ਇਸ ਤਰ੍ਹਾਂ ਹੋ ਜਾਂਦਾ ਹੈ, ਸਿੱਧਾ ਹੋ ਜਾਂਦਾ ਹੈ। ਜਿਸ ਤਰ੍ਹਾਂ ਕੋਈ ਬਾਉਲ ਹੁੰਦਾ ਨਾ, ਜੇ ਉਹ ਇਸ ਤਰ੍ਹਾਂ ਹੋਵੇ ਫਿਰ ਉਹਨੂੰ ਆਪਾਂ ਉੱਪਰ ਲੈ ਜਾਈਏ ਤੇ ਇਸ ਤਰ੍ਹਾਂ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨੇ ਸਿੱਧਾ ਹੋਣਾ, ਧਿਆਨ ਦਾ ਪਲਟਣਾ। ਪਰ ਇਹ ਧਿਆਨ ਆਪਣੀ ਮਰਜ਼ੀ ਨਾਲ ਕੋਈ ਜੀਵ ਨਹੀਂ ਪਲਟ ਸਕਦਾ। ਗੁਰੂ ਕਿਰਪਾ ਤੋਂ ਬਿਨਾਂ ਇਹ ਧਿਆਨ ਨਹੀਂ ਪਲਟਿਆ ਜਾ ਸਕਦਾ। ਜਦ ਤੱਕ ਇਹ ਧਿਆਨ ਪਲਟਦਾ ਨਹੀਂ, ਉਦੋਂ ਤੱਕ ਜੀਵ ਦਾ ਧਿਆਨ ਉੱਪਰ ਗੁਰੂ ਚਰਨਾਂ ਵਿੱਚ ਲੱਗਦਾ ਨਹੀਂ। ਜਿੰਨੀ ਦੇਰ ਤੱਕ ਗੁਰੂ ਚਰਨਾਂ ਵਿੱਚ ਧਿਆਨ ਨਹੀਂ ਲੱਗਦਾ, ਉਨੀ ਦੇਰ ਤੱਕ ਉਹਨੂੰ ਨਸ਼ਾ ਨਹੀਂ ਆਉਂਦਾ ਅੰਦਰ। ਜਦ ਤੱਕ ਨਸ਼ਾ ਨਹੀਂ ਮਨ ਨੂੰ ਮਿਲਦਾ, ਉਦੋਂ ਤੱਕ ਉਹ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਛੱਡ ਸਕਦਾ, ਉਦੋਂ ਤੱਕ ਉਹ ਗੁਰੂ ਚਰਨਾਂ ਵੱਲ ਨੂੰ ਨਹੀਂ ਜਾਂਦਾ। ਉਹਦੀ ਮੰਜ਼ਿਲ ਹੀ ਧਿਆਨ ਪਲਟਣ ਤੋਂ ਬਾਅਦ ਸ਼ੁਰੂ ਹੁੰਦੀ, ਉਸ ਤੋਂ ਪਹਿਲਾਂ ਉਹਦੀ ਮੰਜ਼ਿਲ ਸ਼ੁਰੂ ਹੀ ਨਹੀਂ ਹੁੰਦੀ। ਉਹਦੇ ਧਿਆਨ ਦੀ ਅਵਸਥਾ ਬਦਲਦੀ ਹੈ ਤਾਂ ਉਹਦਾ ਮੰਜ਼ਿਲ ਸ਼ੁਰੂ ਹੁੰਦੀ। ਕਿਉਂਕਿ ਇਹ ਬੜਾ ਛੋਟਾ ਜਿਹਾ ਸਫ਼ਰ ਲੱਗਦਾ ਹੈ, ਇੱਥੋਂ ਤੇ ਇੱਥੇ ਤੱਕ। ਜੇ ਮੋਟਾ ਜਿਹਾ ਸਮਝਾਉਣਾ ਹੋਵੇ ਤਾਂ ਉਹ ਕਿੱਥੇ ਹੈ ਧਿਆਨ ਲਾਉਣ ਵਾਲੀ ਜਗ੍ਹਾ। ਜਿਸ ਤਰ੍ਹਾਂ ਪੰਡਤ ਪੁਰਾਣੇ ਜ਼ਮਾਨੇ ਦੇ ਵਿੱਚ ਬੱਚਿਆਂ ਦੇ ਬੋਧੀ ਰਖਾ ਦਿੰਦੇ ਸਨ, ਜਿੱਥੇ ਬੋਧੀ ਰੱਖਦੇ ਨੇ ਉਹ ਧਿਆਨ ਉੱਪਰ ਦਾ ਗਗਨ ਦਾ ਹੈ। ਉਹ ਬੋਧੀ ਰਖਾਉਂਦੇ ਹੀ ਇਸ ਕਰਕੇ ਸੀ ਤਾਂ ਕਿ ਬੱਚਿਆਂ ਨੂੰ ਦੱਸਣ ਦੀ ਲੋੜ ਨਾ ਪਵੇ ਬਾਰ-ਬਾਰ। ਉਹਨਾਂ ਨੂੰ ਸਮਝਾ ਦੇਣਾ, ਭਾਈ ਜਿੱਥੇ ਤੇਰੀ ਬੋਧੀ ਰੱਖੀ ਹੋਈ ਆ ਤੂੰ ਉੱਥੇ ਧਿਆਨ ਲਾਣਾ, ਜਿਹਨੂੰ ਅਸੀਂ ਕਹਿੰਦੇ ਹਾਂ ਗਗਨ ਦਾ ਧਿਆਨ, ਸਪਿਰਿਚੁਅਲ ਮੈਡੀਟੇਸ਼ਨ, ਅਧਿਆਤਮਿਕ ਧਿਆਨ। ਜੋ ਪਰਮਾਤਮਾ ਦਾ ਧਿਆਨ ਅਧਿਆਤਮਿਕ ਧਿਆਨ ਹੈ। ਬਾਕੀ ਦੇ ਜਿੰਨੇ ਧਿਆਨ ਹਨ ਉਹ ਸਿੰਪਲ ਧਿਆਨ ਹਨ, ਸਧਾਰਨ ਧਿਆਨ ਹਨ, ਜਿਹਦੇ ਲਈ ਕਿਸੇ ਗੁਰੂ ਦੀ ਲੋੜ ਨਹੀਂ, ਕਿਸੇ ਤੋਂ ਮਦਦ ਲੈਣ ਦੀ ਲੋੜ ਨਹੀਂ, ਕਿਸੇ ਨੂੰ ਪੈਸੇ ਦੇਣ ਦੀ ਜ਼ਰੂਰਤ ਨਹੀਂ, ਕੁਝ ਵੀ ਕਰਨ ਦੀ ਲੋੜ ਨਹੀਂ। ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਜੇ ਸਮਝਣਾ ਹੋਵੇ ਕਿਸੇ ਜੀਵ ਨੇ ਧਰਤੀ ਤੇ ਚੱਲਣਾ ਹੋਵੇ ਤਾਂ ਉਹਨੂੰ ਕਿਸੇ ਨੂੰ ਅਗਰ ਥੋੜ੍ਹੀ ਦੇਰ ਲਈ ਉਹ ਨਹੀਂ ਵੀ ਚੱਲ ਸਕਦਾ ਤਾਂ ਕੁਛ ਦੇਰ ਤੋਂ ਬਾਅਦ ਉਹ ਆਪਣੇ ਆਪ ਧਰਤੀ ਤੇ ਚੱਲਣ ਲੱਗ ਜਾਂਦਾ। ਜਿਸ ਤਰ੍ਹਾਂ ਜਦੋਂ ਪਸ਼ੂ ਦਾ ਬੱਚਾ ਜਨਮ ਲੈਂਦਾ ਹੈ, ਮੱਛੜਾ ਕਟੜਾ ਕੋਈ ਵੀ ਹੈ, ਤਾਂ ਉਹ 2-4 ਘੰਟੇ ਤੋਂ ਬਾਅਦ ਆਪਣੇ ਆਪ ਜ਼ਮੀਨ ਤੇ ਚੱਲਣਾ ਸ਼ੁਰੂ ਕਰ ਦਿੰਦਾ, ਉਹਨੂੰ ਕੋਈ ਨਹੀਂ ਚਲਾਉਂਦਾ। ਇਸੇ ਤਰ੍ਹਾਂ ਧਿਆਨ ਜਿਹੜਾ ਆਗਿਆ ਚੱਕਰ ਤੱਕ ਹੈ, ਥੱਲੇ 6 ਚੱਕਰਾਂ ਦਾ, ਇਹਦੇ ਤੇ ਧਿਆਨ ਲਾਉਣ ਲਈ ਕਿਸੇ ਦੀ ਜ਼ਰੂਰਤ ਨਹੀਂ। ਤੁਸੀਂ ਬੈਠਣਾ ਸ਼ੁਰੂ ਕਰੋਗੇ, ਅਭਿਆਸ ਕਰੋਗੇ, ਆਪਣੇ ਆਪ ਹੋ ਜਾਏਗਾ। ਪਰ ਜਿਹੜਾ ਅਧਿਆਤਮਿਕ ਧਿਆਨ ਹੈ, ਸਪਿਰਿਚੁਅਲ ਮੈਡੀਟੇਸ਼ਨ ਹੈ, ਗੁਰੂ ਚਰਨਾਂ ਦਾ ਧਿਆਨ ਹੈ, ਉਹ ਬਿਨਾਂ ਗੁਰੂ ਕਿਰਪਾ ਤੋਂ ਨਹੀਂ ਲੱਗ ਸਕਦਾ। ਗੁਰੂ ਕੈਸਾ? ਨਾਮ ਦਾ ਨਹੀਂ, ਪੂਰਨ ਗੁਰੂ। ਪੂਰਨ ਗੁਰੂ ਤੋਂ ਬਿਨਾਂ ਉਹ ਧਿਆਨ ਉੱਪਰ ਨਹੀਂ ਲੱਗਦਾ। ਪੂਰਨ ਦੀ ਅਵਸਥਾ ਨੂੰ ਸਮਝਣਾ, ਜਾਣਨਾ ਬਹੁਤ ਜ਼ਰੂਰੀ ਹੈ। ਕਿਉਂਕਿ ਗੁਰੂ ਸਾਹਿਬ ਨੇ ਪੂਰੇ ਸਤਿਗੁਰੂ ਦੀ ਗੱਲ ਕੀਤੀ ਹੈ, ਗੁਰੂ ਦੀ ਗੱਲੇ ਦੀ ਗੱਲ ਨਹੀਂ ਕੀਤੀ। ਜਦੋਂ ਵੀ ਗੱਲ ਸਮਝਾਉਣ ਦੀ ਲਈ ਗੁਰੂ ਸਾਹਿਬ ਨੇ ਇਹ ਕਿਹਾ ਤੇ ਪੂਰਾ ਗੁਰੂ ਕਿਹਾ, ਦੂਸਰਾ ਨਹੀਂ। ਕਿਉਂਕਿ ਗੁਰੂ ਤਾਂ ਕਿਸੇ ਵੀ ਕੰਮ ਲਈ ਉਹਦਾ ਬੰਦਾ ਉਹਦਾ ਬਣਾ ਲੈਂਦਾ। ਕੋਈ ਕੰਮ ਸਿੱਖਣਾ ਉਹਦੇ ਲਈ ਵੀ ਗੁਰੂ ਹੈ, ਕਿਸੇ ਤੋਂ ਸੁਣਨਾ ਹੈ, ਪੜ੍ਹਨਾ ਹੈ, ਉਹਦੇ ਲਈ ਵੀ ਗੁਰੂ ਹੈ। ਜਿਸ ਤਰ੍ਹਾਂ ਪੜ੍ਹਾਉਣ ਵਾਲਾ ਟੀਚਰ ਹੈ, ਉਹ ਵਿਦਿਆ ਗੁਰੂ ਹੈ। ਇਸ ਲਈ ਅਸੀਂ ਜਿਹੜਾ ਧਿਆਨ ਗੁਰੂ ਸਾਹਿਬ ਗੱਲ ਕਰਦੇ ਹਨ, ਉਹ ਬਿਨਾਂ ਪੂਰਨ ਗੁਰੂ ਤੋਂ ਉੱਪਰ ਨਹੀਂ ਲੱਗ ਸਕਦਾ। ਤੋ ਜਦੋਂ ਤੱਕ ਉਹ ਧਿਆਨ ਨਹੀਂ ਲੱਗਦਾ, ਉਹ ਜਦੋਂ ਤੱਕ ਉੱਥੇ ਧਿਆਨ ਨਹੀਂ ਲੱਗਦਾ ਤਾਂ ਨਸ਼ਾ ਨਹੀਂ ਮਿਲਦਾ। ਜਦ ਤੱਕ ਇਸ ਮਨ ਨੂੰ ਗੁਰੂ ਸਾਹਿਬ ਤੋਂ ਨਸ਼ਾ ਨਹੀਂ ਮਿਲਦਾ ਤੇ ਮਨ ਚੁੱਪ ਨਹੀਂ ਕਰਦਾ। ਗੁਰੂ ਸਾਹਿਬ ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਗਾਓ, ਇਹ ਸਮਾਧੀ ਵਿੱਚ ਵੀ ਬੈਠ ਜਾਓ ਤਦ ਵੀ ਚੁੱਪ ਨਹੀਂ ਕਰਦਾ। ਚੁੱਪ ਹੈ ਚੁੱਪ ਨਾ ਹੋ ਬਈ, ਜੇ ਲਾਏ ਰਹਾ ਲਿਵਤਾਰ। ਮਨ ਚੁੱਪ ਨਹੀਂ ਕਰਦਾ ਤੇ ਮਨ ਰੱਜਦਾ ਵੀ ਨਹੀਂ। ਮੰਨ ਲਓ ਕਿ ਜੇ ਉੱਪਰ ਨਹੀਂ ਗਿਆ ਤੇ ਦੁਨੀਆ ਦੇ ਵਿੱਚ ਉਹ ਮਨ ਵਿਚਰਦਾ ਹੈ, ਦੁਨੀਆ ਦੇ ਪਦਾਰਥਾਂ ਵੱਲ ਦੌੜਦਾ ਹੈ, ਦੁਨੀਆ ਦੇ ਸਵਾਦਾਂ ਵੱਲ ਦੌੜਦਾ ਹੈ, ਦੁਨੀਆ ਦੇ ਸੁੱਖਾਂ ਵੱਲ ਦੌੜਦਾ ਹੈ। ਇਹ ਮਨ ਦੀ ਇੱਕ ਪ੍ਰਵਿਰਤੀ ਹੈ, ਕਿਉਂਕਿ ਮਨ ਹਮੇਸ਼ਾ ਸੁੱਖ ਚਾਹੁੰਦਾ। ਕੌਣ ਇਨਸਾਨ ਹੈ ਜਿਹੜਾ ਸੁੱਖ ਨਹੀਂ ਚਾਹੁੰਦਾ? ਕਿਹੜਾ ਇਨਸਾਨ ਹੈ ਜਿਹੜਾ ਸਵਾਦ ਨਹੀਂ ਲੈਣਾ ਚਾਹੁੰਦਾ? ਹਰ ਜੀਵ ਸਵਾਦ ਲੈਣਾ ਚਾਹੁੰਦਾ। ਹਰ ਜੀਵ ਦਾ ਸਵਾਦ ਲੈਂਦਾ ਹੈ। ਕੋਈ ਕੰਨਾਂ ਦਾ ਰਸ ਲੈਂਦਾ ਹੈ, ਕੋਈ ਅੱਖਾਂ ਦਾ ਸਵਾਦ ਲੈਂਦਾ ਹੈ। ਹਰ ਜੀਵ ਰਸਾਂ ਦੇ ਵਿੱਚ ਫਸਿਆ ਹੋਇਆ। ਤੇ ਫਿਰ ਇਹ ਸੰਸਾਰ ਦੇ ਰਸ ਲੈਣ ਦੀ ਖਾਤਰ ਸੰਸਾਰ ਦੀਆਂ ਵਸਤੂਆਂ ਪ੍ਰਾਪਤ ਕਰਦਾ ਹੈ, ਬੇਈਮਾਨੀ ਠੱਗੀਆਂ ਕਰਦਾ ਹੈ,
ਕਿੰਨੇ ਹੀ ਸਾਧਨ ਅਪਣਾਉਂਦਾ ਹੈ, ਕਰਦਾ ਹੈ, ਪਰ ਉਸ ਨੂੰ ਸੁੱਖ ਨਹੀਂ ਮਿਲ ਸਕਦਾ, ਕਿਉਂਕਿ ਸੁੱਖ ਜਿਹੜਾ ਹੈ ਉਹ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦੇ ਘਰ ਵਿੱਚ ਸੁੱਖ ਨਹੀਂ। ਸੰਸਾਰ ਦੇ ਵਿੱਚ ਸੁੱਖ ਨਹੀਂ ਕਿਤੇ ਵੀ ਹੈ। ਨਾਨਕ ਦੁਖੀਆ ਸਭ ਸੰਸਾਰ। ਉਹ ਸਭ ਕਹਿੰਦੇ ਕੋਈ ਸੁਖੀ ਨਹੀਂ। ਸੰਸਾਰ ਮੀਨ ਇਸ ਸ੍ਰਿਸ਼ਟੀ ਦੇ ਅੰਦਰ ਕੋਈ ਵੀ ਸੁਖੀ ਨਹੀਂ, ਸਾਰੇ ਹੀ ਦੁਖੀ ਨੇ। ਦੇਵੀ ਦੇਵਤੇ, ਭੂਤ ਪ੍ਰੇਤ, ਪਿਸ਼ਾਚ, ਕਿੰਨਰ, ਇਨਸਾਨ, ਪਸ਼ੂ, ਪੰਛੀ ਸਾਰੇ ਹੀ ਦੁਖੀ ਨੇ। ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਸਰੀਰ ਦਾ ਦੁੱਖ ਹੈ, ਕਿਸੇ ਨੂੰ ਮਨ ਦਾ ਦੁੱਖ ਹੈ, ਕਿਸੇ ਨੂੰ ਤਨ ਦਾ ਦੁੱਖ, ਕਿਸੇ ਨੂੰ ਮਨ ਦਾ ਦੁੱਖ, ਕਿਸੇ ਨੂੰ ਚਿੰਤਾ ਹੈ, ਕੋਈ ਕਿਸੇ ਚੀਜ਼ ਵਿੱਚ ਹੀ ਚਿੰਤਾ ਵਿੱਚ ਫਸਿਆ ਹੋਇਆ, ਸਾਰੇ ਹੀ ਦੁਖੀ ਹਨ। ਪਰ ਸੁੱਖ ਲੈਣ ਦੀ ਖਾਤਰ ਦੌੜਦੇ ਹਨ, ਸੁੱਖ ਨਹੀਂ ਮਿਲਦਾ। ਗੁਰੂ ਸਾਹਿਬ ਕਹਿੰਦੇ ਭੁੱਖ ਨਹੀਂ ਉਤਰਦੀ, ਜਿੰਨੀਆਂ ਮਰਜ਼ੀ ਵਸਤੂਆਂ ਪ੍ਰਾਪਤ ਕਰੀ ਜਾਏ, ਸੁੱਖ ਦੇ ਸਾਧਨ ਬਣਾਈ ਜਾਵੇ, ਤੇ ਉਹਦੀ ਭੁੱਖ ਨਹੀਂ ਖਤਮ ਹੁੰਦੀ। ਕਿਸੇ ਬੰਦੇ ਕੋਲ ਕਾਰ ਹੈ, ਉਹ ਹਵਾਈ ਜਹਾਜ਼ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ, ਮੇਰੇ ਕੋਲ ਹਵਾਈ ਜਹਾਜ਼, ਹੈਲੀਕਾਪਟਰ ਹੋ ਜਾਏ। ਕਿਸੇ ਕੋਲ ਇੱਕ ਕਮਰੇ ਦਾ ਮਕਾਨ ਹੈ, ਉਹ 10 ਕਮਰਿਆਂ ਦੇ 5 ਕਮਰਿਆਂ ਦੇ ਮਕਾਨ ਵੱਲ ਸੁੱਖ ਲੈਣ ਤੇ ਦੌੜਦਾ। ਕੋਈ ਗੱਦੇ ਥੋੜੇ ਜਿਹੇ ਨਰਮ ਨਹੀਂ, ਉਹ ਵਧੀਆ ਗੱਦਿਆਂ ਤੇ ਸੌਣ ਦੇ ਲਈ ਦੌੜਦਾ ਹੈ। ਕਿਸੇ ਕੋਲ ਖਾਣ ਨੂੰ ਨਹੀਂ, ਉਹ ਵਧੀਆ ਪਦਾਰਥ ਪ੍ਰਾਪਤ ਕਰਨ ਖਾਤਰ ਦੌੜਦਾ। ਇਸ ਲਈ ਗੁਰੂ ਸਾਹਿਬ ਕਹਿੰਦੇ ਭਾਈ ਜਿਹੜੀ ਇਹ ਤੇਰੀ ਮਨ ਦੀ ਭੁੱਖ ਹੈ ਨਾ, ਇਹ ਨਹੀਂ ਖਤਮ ਹੋ ਸਕਦੀ। ਮਨ ਦੀ ਭੁੱਖ ਕਿੱਦਾਂ ਖਤਮ ਹੋ ਜਾਏਗੀ? ਮਨ ਦੀ ਭੁੱਖ ਤਾਂ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਵੀ ਉਸ ਭੁੱਖ ਨੂੰ ਨਹੀਂ ਪੂਰਾ ਕਰਦੀ, ਕੋਈ ਵੀ ਚੀਜ਼ ਨਹੀਂ। ਤੁਧ ਬਿਨ ਜੇ ਕਿਛ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ, ਨਾਮ ਸੰਤੋਖੀਆ ਉਤਰੈ ਮਨ ਦੀ ਭੁੱਖ। ਜੇ ਇਹਦੀ ਭੁੱਖ ਉਤਰ ਸਕਦੀ ਤੇ ਮਨ ਦੀ ਭੁੱਖ ਤਾਂ ਸਿਰਫ ਨਾਮ ਦੇ ਨਾਲ ਪੂਰੀ ਹੋ ਸਕਦੀ, ਹੋਰ ਕੋਈ ਤਰੀਕਾ ਨਹੀਂ ਕਿ ਮਨ ਦੀ ਭੁੱਖ ਪੂਰੀ ਹੋ ਸਕੇ। ਗੁਰੂ ਸਾਹਿਬ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ, ਭੁੱਖਿਆਂ ਭੁੱਖ ਨਾ ਉਤਰਾ, ਜੇ ਬੰਨਾ ਪੂਰੀਆਂ ਭਾਰ। ਕਹਿੰਦੇ ਮਨ ਦੀ ਭੁੱਖ ਨਹੀਂ ਉਤਰਦੀ। ਪੂਰੀਆਂ ਨੇ, ਪੂਰੀਆਂ ਨਹੀਂ। ਅਸੀਂ ਕਈ ਵਾਰੀ ਪੂਰੀਆਂ ਦੇ ਉੱਤੇ ਲੈ ਜਾਂਦੇ ਹਾਂ ਗੱਲ ਨੂੰ, ਵੀ ਜਿੰਨਾ ਬੰਦੇ ਦਾ ਭਾਰ ਹੈ, ਜੇ ਓਨੀਆਂ ਪੂਰੀਆਂ ਬੰਨ ਲਵੇ ਤਦ ਵੀ ਭੁੱਖ ਨਹੀਂ ਉਤਰਦੀ। ਪਰ ਭਾਈ ਇਹ ਤਾਂ ਛੋਟੀ ਜੀ ਵਸਤੂ ਆ, ਪੂਰੀਆਂ ਤਾਂ ਮੇਰਾ 60 ਕਿਲੋ ਭਾਰ ਹੈ, 60 ਕਿਲੋ ਹੀ ਹੋਣਗੀਆਂ, ਬਹੁਤ ਛੋਟੀ ਗੱਲ ਹੈ। ਪਰ ਗੁਰੂ ਸਾਹਿਬ ਤਾਂ ਐਡੀ ਗੱਲ ਛੋਟੀ ਨਹੀਂ ਕਰਦੇ, ਬਹੁਤ ਵੱਡੀ ਗੱਲ ਕਰਦੇ ਹਨ, ਤੇ ਬਹੁਤ ਇਸ ਤੋਂ ਉੱਪਰ ਦੀ ਗੱਲ ਦੱਸਦੇ ਹਨ। ਭੁੱਖਿਆਂ ਭੁੱਖ ਨਾ ਉਤਰੈ, ਜੇ ਬੰਨਾ ਪੁਰੀਆਂ ਭਾਰ। ਪੁਰੀਆਂ ਕਿਹੜੀਆਂ? ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਵਿਸ਼ਨੂਪੁਰੀ, ਹੋਰ ਕਿੰਨੀਆਂ ਦੇਵਤਿਆਂ ਦੀਆਂ ਪੁਰੀਆਂ ਹਨ। ਉਹਨਾਂ ਪੁਰੀਆਂ ਦੀ ਗੱਲ ਗੁਰੂ ਸਾਹਿਬ ਕਰਦੇ ਹਨ। ਕਹਿੰਦੇ ਇਸ ਸੰਸਾਰ ਦੇ ਇਕੱਲੇ ਇਸ ਬ੍ਰਹਮ ਦੇ ਸੁੱਖ ਦੀ ਗੱਲ ਨਹੀਂ ਜਿਹੜਾ ਸਾਨੂੰ ਨਜ਼ਰ ਆਉਂਦਾ। ਇਸ ਧਰਤੀ ਦੇ ਉੱਪਰ ਜੋ ਬਨਸਪਤੀ ਹੈ, ਜੋ ਇੱਥੋਂ ਦੇ ਪਦਾਰਥ ਹਨ, ਜੋ ਇੱਥੋਂ ਦੇ ਸੁੱਖ ਹਨ, ਉਹਨਾਂ ਦੀ ਕਲਿਆਂ ਦੀ ਗੱਲ ਨਹੀਂ। ਉਹਨਾਂ ਨਾਲ ਭੁੱਖ ਕੀ ਹਟਣੀ? ਅਗਰ ਕਹਿੰਦੇ ਇਸ ਜੀਵ ਨੂੰ ਇੰਦਰਪੁਰੀ ਦੇ ਸਾਰੇ ਸੁੱਖ, ਇੰਦਰਪੁਰੀ ਦੇ ਸਾਰੇ ਸਵਾਦ ਮਿਲ ਜਾਣ, ਵਿਸ਼ਨੂਪੁਰੀ ਦੇ ਸਾਰੇ ਸੁੱਖ ਮਿਲ ਜਾਣ, ਸਾਰੀਆਂ ਵਸਤੂਆਂ ਪ੍ਰਾਪਤ ਹੋ ਜਾਣ, ਸ਼ਿਵਪੁਰੀ ਦੀਆਂ ਹੋ ਜਾਣ, ਬ੍ਰਹਮਪੁਰੀ ਦੀਆਂ ਹੋ ਜਾਣ, ਤਦ ਵੀ ਇਹਦੇ ਮਨ ਦੀ ਭੁੱਖ ਨਹੀਂ ਜਾਂਦੀ। ਇਹਦੇ ਮਨ ਦੀ ਭੁੱਖ ਨਹੀਂ ਜਾਂਦੀ। ਬੰਨਾ ਪੁਰੀਆਂ ਭਾਰ। ਭਾਰ ਕਿਹਨੂੰ ਕਹਿੰਦੇ ਨੇ? ਭਾਰ ਦਾ ਗੁਰੂ ਸਾਹਿਬ ਦੇ ਅੰਦਰ, ਗੁਰਬਾਣੀ ਦੇ ਅੰਦਰ ਭਾਰ ਕਿਸ ਨੂੰ ਕਿਹਾ? ਭਾਰ ਦਾ ਮਤਲਬ ਕੋਈ ਵਜਨ ਚੁੱਕ ਲੈਣਾ ਨਹੀਂ, ਵਜਨ ਦੀ ਗੱਲ ਨਹੀਂ। ਜਿਸ ਤਰ੍ਹਾਂ ਮੈਂ ਪਹਿਲੇ ਕਹੀ ਵੀ ਅਸੀਂ ਪੂਰੀਆਂ ਬਰਾਬਰ ਆਪਣੇ ਸਰੀਰ ਦੇ ਵਜਨ ਦੇ ਪੂਰੀਆਂ ਬਣੇ, ਉਹ ਭਾਰ ਨਹੀਂ, ਉਸ ਭਾਰ ਦੀ ਗੱਲ ਨਹੀਂ ਕਰਦੇ ਗੁਰੂ ਸਾਹਿਬ। ਭਾਰ ਦਾ ਭਾਵ ਜੇ ਅਗਰ ਗੁਰੂ ਸਾਹਿਬ ਜਾਂ ਮਹਾਂਪੁਰਖ ਦੱਸਦੇ ਹਨ, ਅਗਰ ਇਸ ਸ੍ਰਿਸ਼ਟੀ ਦੇ ਹਰ ਖਾਣ ਵਾਲੀ ਵਸਤੂ ਦੇ, ਬਨਸਪਤੀ ਦੇ ਜਿੰਨੇ ਵੀ ਪੱਤੇ ਹਨ, ਸਾਰੇ ਇਕੱਠੇ ਕਰ ਲਏ ਜਾਣ, ਉਹਨਾਂ ਸਾਰਿਆਂ ਦਾ ਵਜਨ 18 ਮਣ ਬਣਦਾ। ਉਹਨੂੰ 18 ਭਾਰ ਕਹਿੰਦੇ ਨੇ। ਮਤਲਬ ਇਹ ਭਾਰ ਭਾਵ ਕਹਿੰਦੇ ਇਹ ਜਿਹਾ ਹੀ, ਇੰਨਾ ਹੀ ਭਾਰ ਦੂਸਰੀਆਂ ਪੁਰੀਆਂ ਦਾ, ਇੰਦਰਪੁਰੀ, ਸ਼ਿਵਪੁਰੀ, ਵਿਸ਼ਨੂਪੁਰੀ, ਬ੍ਰਹਮਪੁਰੀ ਜਾਂ ਹੋਰ ਵੀ ਪੁਰੀਆਂ ਕਿਤਨੀਆਂ ਹਨ, ਉਹਨਾਂ ਸਾਰਿਆਂ ਦਾ ਇਸ ਤਰੀਕੇ ਨਾਲ ਭਾਰ ਇਕੱਠਾ ਕਰ ਲਿਆ ਜਾਵੇ, ਛੋਟਾ ਛੋਟਾ ਟੁਕੜਾ ਲੈ ਕੇ ਇਕੱਠਾ ਕਰ ਲਿਆ ਜਾਵੇ, ਇਹਨੇ ਭਾਰ ਬਣਾ ਲਏ ਜਾਣ, ਤਾਂ ਵੀ ਬੰਦੇ ਦੇ ਮਨ ਦੀ ਭੁੱਖ ਨਹੀਂ ਉਤਰਦੀ। ਇਸ ਦੁਨੀਆ ਦੇ ਇਸ ਪੁਰੀਆਂ ਦੇ ਸੁੱਖ ਨੇ ਜਿਹੜੇ ਬੰਦੇ ਦੇ ਇਸ ਮਨ ਨੂੰ ਸੰਤੁਸ਼ਟ ਨਹੀਂ ਕਰਦੇ। ਪਰ ਮਨ ਨੂੰ ਸੰਤੁਸ਼ਟ ਕਰਦਾ ਤੇ ਪਰਮੇਸ਼ਰ ਦਾ ਨਾਮ ਸੰਤੁਸ਼ਟ ਕਰਦਾ ਹੈ। ਸਬਰ ਆਉਂਦਾ, ਸੰਤੋਖ ਆਉਂਦਾ
ਤੇ ਸਿਰਫ ਉਸ ਨਾਮ ਦੇ ਵਿੱਚੋਂ ਆਉਂਦਾ, ਹੋਰ ਕਿਤੋਂ ਨਹੀਂ ਆਉਂਦਾ। ਮਾਇਆ ਮਨੁ ਨਾ ਬਿਸਰੈ, ਮੰਗਾ ਤਮਾ ਤਮ। ਕਿਸੇ ਕੋਲ ਲੱਖ ਰੁਪਈਆ, ਉਹ ਕਹਿੰਦਾ ਮੇਰੇ ਕੋਲ ਕਰੋੜ ਹੋ ਜਾਵੇ। ਕਿਸੇ ਕੋਲ ਕਰੋੜ ਹੈ, ਉਹ ਕਹਿੰਦਾ ਮੇਰੇ ਕੋਲ ਅਰਬਾਂ ਹੋ ਜਾਵੇ। ਕਿਸੇ ਦੀ ਇੱਕ ਫੈਕਟਰੀ ਹੈ, ਉਹ 10 ਫੈਕਟਰੀਆਂ ਦੀ ਕਾਮਨਾ ਕਰਦਾ ਹੈ। ਭਾਵ ਜਿੰਨਾ ਵੀ ਕਿਸੇ ਕੋਲ ਆਉਂਦਾ ਜਾਵੇ, ਉਹ ਉਸ ਤੋਂ ਹੋਰ ਅੱਗੇ ਪ੍ਰਾਪਤ ਕਰਨ ਦੇ ਲਈ ਦੌੜਦਾ ਹੈ। ਉਹਦੇ ਮਨ ਵਿੱਚੋਂ ਉਹ ਖਤਮ ਨਹੀਂ ਹੁੰਦੀ ਚੀਜ਼। ਤੇ ਅਸੀਂ ਤਾਂ ਭਾਈ ਕਿੱਥੋਂ ਕਰਾਂਗੇ ਖਤਮ? ਇੱਕ ਆਮ ਆਦਮੀ ਕਿੱਥੋਂ ਕਰੇਗਾ? ਉਹ ਨਾਮ ਕਿੱਥੋਂ ਪ੍ਰਾਪਤ ਕਰੇਗਾ? ਮੈਨੂੰ ਪਤਾ ਹੀ ਨਹੀਂ ਨਾਮ ਕੀ ਹੈ, ਨਾਮ ਪ੍ਰਾਪਤ ਕਿਸ ਤਰ੍ਹਾਂ ਕਰਨਾ ਹੈ। ਉਹ ਨਾਮ ਹੈ ਕਿ ਜਿਹਦੇ ਨਾਲ ਮੈਨੂੰ ਸੰਤੋਖ ਆਉਣਾ ਹੈ, ਸਬਰ ਮਿਲਣਾ ਹੈ। ਉਹ ਸੰਤੋਖ ਇਸ ਤਰ੍ਹਾਂ ਥੋੜੀ ਮਿਲ ਜਾਣਾ, ਨਾਮ ਹੀ ਨਹੀਂ ਮਿਲਦਾ ਇਸ ਤਰ੍ਹਾਂ। ਗੁਰੂ ਸਾਹਿਬ ਜੀ ਕਹਿੰਦੇ ਨੇ, ਭੁੱਖਿਆਂ ਭੁੱਖ ਨਾ ਉਤਰੈ, ਜੇ ਬੰਨਾ ਪੂਰੀਆਂ ਭਾਰ। ਤਾਂ ਇਸੇ ਤਰ੍ਹਾਂ ਦੇ ਨਾਮ ਸੰਤੋਖੀਆ, ਉਤਰੈ ਮਨ ਦੀ ਭੁੱਖ। ਇਹ ਵੀ ਨਾਲ ਹੀ ਗੱਲ ਕਹਿੰਦੀ ਹੈ। ਤੁਧ ਬਿਨ ਜੇ ਕਿਛ ਮੰਗਣਾ। ਹੁਣ ਸਾਡੀ ਕੀ ਮੰਗ ਹੈ? ਕੋਈ ਕਹਿੰਦਾ ਮੈਨੂੰ ਬੱਚਾ ਦੇ ਦੇ, ਕੋਈ ਕਹਿੰਦਾ ਮੇਰਾ ਕਾਰੋਬਾਰ ਚਲਾ ਦੇ, ਕੋਈ ਕਹਿੰਦਾ ਮੈਨੂੰ ਰੁਪਈਏ ਦੇ ਦੇ। ਇਹਨਾਂ ਚੀਜ਼ਾਂ ਨਾਲ ਭੁੱਖ ਦੂਰ ਨਹੀਂ ਹੋ ਸਕਦੀ, ਕਿਉਂਕਿ ਜੇ ਸਾਰੀਆਂ ਪੁਰੀਆਂ ਦੇ ਸੁੱਖ ਮਿਲ ਕੇ ਭੁੱਖ ਦੂਰ ਨਹੀਂ ਹੁੰਦੀ, ਤਾਂ ਬੱਚੇ ਦੇ ਪ੍ਰਾਪਤ ਹੋਣ ਨਾਲ, ਜਾਂ ਪੈਸੇ ਦੇ ਪ੍ਰਾਪਤੀ ਦੇ ਨਾਲ, ਜਾਇਦਾਦ ਦੀ ਪ੍ਰਾਪਤੀ ਦੇ ਨਾਲ, ਕਾਰੋਬਾਰ ਦੀ ਪ੍ਰਾਪਤੀ ਦੇ ਨਾਲ ਸਾਡੀ ਭੁੱਖ ਕਿੱਦਾਂ ਦੂਰ ਹੋ ਜਾਏਗੀ? ਬਲਕਿ ਵੱਧ ਜਾਏਗਾ ਦੁੱਖ। ਜੇ ਇੱਕ ਬੰਦਾ ਹੈ, ਉਹਦੀ ਔਲਾਦ ਨਹੀਂ, ਉਹ ਆਪਣੇ ਵੱਲੋਂ ਹੀ ਦੁਖੀ ਹੈ, ਕਮ ਸੇ ਕਮ ਦੂਸਰੇ ਬੱਚੇ ਕਰਨੀ ਤਾਂ ਨਹੀਂ ਦੁਖੀ। ਲੋਕੀ ਮੈਂ ਦੇਖਿਆ ਸੰਸਾਰ ਦੇ ਅੰਦਰ ਬੱਚਿਆਂ ਨੂੰ ਲੈ ਕੇ ਜ਼ਿਆਦਾ ਦੁਖੀ ਨੇ, ਆਪਣੇ ਦੁੱਖਾਂ ਤੋਂ ਘੱਟ ਦੁਖੀ ਨੇ। ਤੇ ਫਿਰ ਕਿੱਦਾਂ ਦੁੱਖ ਸੁੱਖ ਦੇ ਦਿੱਤਾ ਉਹਨਾਂ ਨੇ? ਜੇ ਅਗਰ ਕਿਸੇ ਕੋਲ ਪੈਸਾ ਆ ਗਿਆ, ਉਹਨੂੰ ਉਹ ਪੈਸੇ ਨੇ ਸੁੱਖ ਨਹੀਂ ਦਿੱਤਾ। ਉਸ ਪੈਸੇ ਦੇ ਨਾਲ ਉਹਦੀਆਂ ਆਦਤਾਂ ਵਿਗੜ ਗਈਆਂ, ਉਹਦਾ ਖਾਣਾ ਪੀਣਾ ਵਿਗੜ ਗਿਆ, ਉਹਨੇ ਸ਼ਰਾਬ ਮੀਟ ਖਾਣਾ ਸ਼ੁਰੂ ਕਰ ਦਿੱਤਾ, ਉਹਨੇ ਹੋਰ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ। ਉਸ ਦੇ ਸਦਕਾ ਉਲਟਾ ਉਸ ਦਾ ਸਰੀਰ ਬਿਮਾਰੀਆਂ ਦਾ ਘਰ ਬਣ ਗਿਆ, ਬਿਮਾਰੀਆਂ 'ਚ ਗ੍ਰਸਤ ਹੋ ਗਿਆ, ਤੇ ਫਿਰ ਉਹ ਦੁਖੀ ਹੋਰ ਹੋਏਗਾ, ਸੁਖੀ ਕਿੱਦਾਂ ਹੋਏਗਾ? ਅਗਰ ਕੋਈ ਬੰਦਾ ਨਾਮ ਅੰਦਰੋਂ ਪ੍ਰਾਪਤ ਕਰ ਲਵੇ, ਨਾਮ ਨਾਲ ਜੁੜ ਜਾਵੇ, ਨਾਮ ਨੂੰ, ਪਰਮਾਤਮਾ ਨੂੰ ਮਨ ਵਿੱਚ ਵਸਾ ਲਵੇ, ਫਿਰ ਉਹਦਾ ਸੰਤੋਖ ਆ ਸਕਦਾ, ਉਹਦੇ ਮਨ ਦੀ ਭੁੱਖ ਜਾ ਸਕਦੀ। ਵੈਸੇ ਵਿਚਾਰ ਬਹੁਤ ਵੱਡੀ, ਅੱਗੇ ਗੁਰੂ ਸਾਹਿਬ ਦੇ ਹੋਰ ਵੀ ਕਈ ਵਿਚਾਰਾਂ ਆਣੀਆਂ ਇਸ ਦੇ ਨਾਲ। ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਹਨ, ਭੁੱਖ ਜਿਹੜੀ ਹੈ ਭਾਈ ਇਸ ਤਰ੍ਹਾਂ ਦੇ ਨਾਲ ਨਹੀਂ ਉਤਰ ਸਕਦੀ, ਨਹੀਂ ਪੂਰੀ ਹੋ ਸਕਦੀ। ਜੇ ਭੁੱਖ ਪੂਰੀ ਹੋ ਸਕਦੀ ਤਾਂ ਪਰਮੇਸ਼ਰ ਦੇ ਨਾਮ ਨਾਲ ਪੂਰੀ ਹੋ ਸਕਦੀ। ਹੋਰ ਕੋਈ ਤਰੀਕਾ ਨਹੀਂ ਕਿ ਅਸੀਂ ਇਸ ਭੁੱਖ ਨੂੰ ਖਤਮ ਕਰ ਸਕੀਏ। ਭੁੱਖਿਆਂ ਭੁੱਖ ਨਾ ਉਤਰੈ, ਜੇ ਬੰਨਾ ਪੁਰੀਆਂ ਭਾਰ। ਸਹਿਜ ਸਿਆਣਪਾਂ ਲੱਖ ਹੋਏ, ਤਾਂ ਇੱਕ ਨ ਚੱਲੇ ਨਾਲ। ਸਹਿਜ ਸਿਆਣਪਾਂ, ਸਹਿਜ ਦਾ ਮਤਲਬ ਹਜ਼ਾਰਾਂ। ਸਾਡੇ ਕੋਲ ਤਾਂ ਇੱਕ ਸਿਆਣਪ, 2 ਸਿਆਣਪ, 4 ਸਿਆਣਪਾਂ, 10 ਸਿਆਣਪਾਂ। ਕੋਈ ਗਿਣ ਕੇ ਤਾਂ ਦੇਖੋ, 10 ਸਿਆਣਪਾਂ ਤੋਂ ਵੱਧ ਨਹੀਂ ਗਿਣ ਹੋਣੀਆਂ। 10 ਸਿਆਣਪਾਂ ਗਿਣ ਲਵਾਂਗੇ, 15 ਸਿਆਣਪਾਂ ਗਿਣ ਲਵਾਂਗੇ। ਗੁਰੂ ਸਾਹਿਬ ਕਹਿੰਦੇ ਹਜ਼ਾਰਾਂ ਸਿਆਣਪਾਂ, ਲੱਖਾਂ ਸਿਆਣਪਾਂ ਹੋ ਜਾਣ। ਭਾਵ ਇੰਨੀ ਬੁੱਧੀ ਤੁਹਾਡੀ ਤੇਜ਼ ਹੋ ਜਾਵੇ, ਇੰਨੀ ਬੁੱਧੀ ਤੁਹਾਡੀ ਕੰਮ ਕਰਨ ਲੱਗ ਜਾਵੇ, ਤੁਹਾਨੂੰ ਇੰਨਾ ਸੋਝੀ ਆ ਜਾਵੇ ਦੁਨੀਆਦਾਰੀ ਦੀ, ਦੁਨੀਆ ਦੇ ਕਿੰਨੀ ਵੀ ਸੋਝੀ ਆ ਜਾਵੇ, ਪਰ ਉਹ ਸੋਝੀ ਦੁਨੀਆ ਦੇ ਵਿੱਚ ਹੀ ਰਹਿ ਜਾਏਗੀ, ਉਸ ਘਰ ਨਹੀਂ ਲੈ ਕੇ ਜਾਏਗੀ, ਉਸ ਘਰ ਵਿੱਚ ਨਹੀਂ ਲੈ ਕੇ ਜਾਏਗੀ। ਕਿਉਂਕਿ ਉਸ ਘਰ ਵਿੱਚ ਸੋਝੀ ਜਾਂਦੀ ਨਹੀਂ। ਜਿੱਥੋਂ ਦੀ ਸੋਝੀ ਹੈ ਉੱਥੇ ਹੀ ਰਹਿਣੀ ਹੈ। ਇਹ ਸੋਝੀ ਉੱਥੇ ਨਹੀਂ ਜਾ ਸਕਦੀ, ਉੱਥੇ ਤਾਂ ਕੁਛ ਵੀ ਨਹੀਂ ਜਾਂਦਾ ਭਾਈ। ਸੋਝੀ ਤਾਂ ਕੀ, ਤੇਰੇ ਨਾਲ ਕੁਛ ਵੀ ਨਹੀਂ ਜਾਣਾ। ਸੋਝੀ ਕਿੱਥੋਂ ਜਾਣੀ? ਕੁਛ ਵੀ ਨਹੀਂ ਜਾਣਾ। ਗੁਰੂ ਸਾਹਿਬ ਬੜਾ ਸੋਹਣਾ ਦੱਸਦੇ ਹਨ, ਤੇਰੇ ਨਾਲ ਕੀ ਜਾਣਾ ਹੈ। ਇੱਕ ਹਰ ਕੇ ਨਾਮ ਬਿਨ ਅੱਗੇ ਲਈ ਆਖੋ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਸਿਆਣਪਾਂ ਨਾਲ ਨਹੀਂ ਜਾਣੀਆਂ, ਚਤੁਰਾਈਆਂ ਦੇ ਨਾਲ ਪਰਮੇਸ਼ਰ ਨੂੰ ਕੋਈ ਨਹੀਂ ਪਾ ਸਕਦਾ, ਕਿਉਂਕਿ ਉਸ ਤੋਂ ਕੋਈ ਚਤਰ ਹੋ ਹੀ ਨਹੀਂ ਸਕਦਾ। ਪਰਮੇਸ਼ਰ ਤੋਂ ਉੱਪਰ ਦੁਨੀਆ 'ਚ ਕੌਣ ਚਤਰ ਹੈ? ਸਾਰੀ ਦੁਨੀਆ ਨੂੰ ਚਤਰਾਈਆਂ ਸਿਖਾਉਣ ਵਾਲਾ, ਤੇ ਅਸੀਂ ਉਹਨੂੰ ਸਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕਿੱਦਾਂ ਕੰਮ ਚੱਲੇਗਾ? ਰੱਬ ਮਿਲਦਾ ਹੀ ਭੋਲਿਆਂ ਭਾਲਿਆਂ ਨੂੰ, ਪਰ ਰੱਬ ਭੋਲਾ ਨਹੀਂ।
ਮਿਲਦਾ ਉਹਨਾਂ ਨੂੰ ਹੈ ਜਿਹੜੇ ਸਿਆਣਪਾਂ ਨਹੀਂ ਕਰਦੇ, ਚਲਾਕੀਆਂ ਨਹੀਂ ਕਰਦੇ, ਪਰ ਆਪ ਉਹ ਭੋਲਾ ਨਹੀਂ ਹੈ। ਜੇ ਤੁਸੀਂ ਕਹੋ ਪ੍ਰਮਾਤਮਾ ਭੋਲਾ, ਭੋਲਾ ਤੇ ਉਹਨਾਂ ਦੀ ਖਾਤਰ ਹੈ ਜਿਹੜੇ ਭੋਲੇ ਨੇ, ਨਹੀਂ ਤੇ ਉਹ ਬਹੁਤ ਚਲਾਕ ਹੈ। ਉਹਦੇ ਜਿੰਨਾ ਚਲਾਕ ਕੋਈ ਹੋ ਹੀ ਨਹੀਂ ਸਕਦਾ। ਸ਼ਾਇਦ ਸਿਆਣਪਾਂ ਲੱਖ ਹੋਏ, ਲੱਖਾਂ ਸਿਆਣਪਾਂ ਹੋ ਜਾਣ। ਅਸੀਂ ਸਿਆਣਪਾਂ ਕੀ ਕਰਦੇ ਹਾਂ? ਮੈਂ 40 ਦਿਨ ਗੁਰਦੁਆਰਾ ਸਾਹਿਬ ਜਾਊਂਗਾ, ਇਹ ਸਿਆਣਪ ਨਹੀਂ, ਚਲਾਕੀ ਨਹੀਂ, ਹੋਰ ਕੀ ਹੈ? ਅਰੇ ਤੂੰ 40 ਦਿਨ ਜਾ ਕੇ ਉਹਨੂੰ ਖਰੀਦਣਾ ਚਾਹੁੰਦਾ ਹੈ, ਇਦੋਂ ਵੱਡੀ ਚਲਾਕੀ ਤੂੰ ਹੋਰ ਕੀ ਕਰੇਗਾ ਉਹਦੇ ਨਾਲ? ਕਿ ਤੂੰ ਉਹਨੂੰ ਕਹਿਣਾ ਮੈਂ 40 ਦਿਨ ਆਊਂਗਾ ਤੇ ਤੂੰ ਮੈਨੂੰ ਮਿਲ ਜਾ, ਤੂੰ ਮੇਰੇ ਕੋਲ ਆ ਜਾ। ਇਸ ਤੋਂ ਵੱਡੀ ਚਲਾਕੀ ਕੀ ਕਰ ਸਕਦਾ ਦਿਮਾਗ? ਮੈਂ ਸਵੇਰੇ ਉੱਠ ਕੇ 2 ਸੁਖਮਨੀ ਸਾਹਿਬ ਦੇ ਪਾਠ ਕਰਾਂਗਾ, 10 ਜਪਜੀ ਸਾਹਿਬ ਦੇ ਪਾਠ ਕਰਾਂਗਾ, ਇਹ ਮੇਰੀ ਚਲਾਕੀ ਹੈ। ਉਹ ਜਿਹੜੀਆਂ ਚੀਜ਼ਾਂ ਉਹ ਮੰਗਦਾ ਤੂੰ ਉਹ ਤਾਂ ਦਿੰਦਾ ਨਹੀਂ, ਤੂੰ ਚਲਾਕੀਆਂ ਉਹਦੇ ਮੂਹਰੇ ਰੱਖੀ ਜਾਣਾ। ਲੰਗਰ ਲਗਾਉਂਦੇ, ਲੋਕਾਂ ਨੂੰ ਭੋਜਨ ਛਕਾਉਂਦੇ, ਫਿਰ ਕਹਿੰਦੇ ਮੇਰਾ ਭਲਾ ਹੋ ਜਾਊਗਾ। ਇਹ ਚਲਾਕੀ ਨਹੀਂ ਤੇ ਹੋਰ ਕੀ ਆ? ਉਸ ਚਲਾਕੀ ਦੇ ਅੰਦਰ ਵੀ ਤੇਰੀ ਮੰਗ ਹੈ ਭਾਈ, ਤੂੰ ਤਾਂ ਚਲਾਕੀ ਕਰਦਾ। ਦੱਸ ਚਲਾਕੀ ਕਿਸ ਤਰ੍ਹਾਂ ਦੀ, ਜਿਹੜੀ ਆਮ ਆਦਮੀ ਨੂੰ ਪਤਾ ਨਹੀਂ ਲੱਗਦੀ, ਪਰ ਉਹਨੂੰ ਤੇ ਸਮਝ ਆ ਜਾਂਦੀ ਨੇ ਚਲਾਕੀ ਕਰਦਾ। ਜਦੋਂ ਕੋਈ ਬੰਦਾ ਲੰਗਰ ਛਕਾਉਂਦਾ, ਤੁਸੀਂ ਕੀ ਸਮਝਦੇ ਹੋ? ਲੰਗਰ ਇਸ ਕਰਕੇ ਛਕਾਉਂਦਾ ਕਿ ਲੋਕਾਂ ਨੂੰ ਭੁੱਖੇ ਨੂੰ ਰਜਾਉਂਦਾ? ਨਹੀਂ, ਉਸ ਲੰਗਰ ਦੇ ਅੰਦਰ ਉਸ ਦੀ ਚਲਾਕੀ ਛੁਪੀ ਹੋਈ ਹੈ, ਜਿਹੜੀ ਕਿ ਆਮ ਨਜ਼ਰ ਨਹੀਂ ਆਉਂਦੀ। ਵਿਚਾਰੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝ ਆ ਸਕਦੀ। ਕੀ ਚਲਾਕੀ ਆ ਉਹਦੀ? ਕਿ ਜਦੋਂ ਮੈਂ ਲੰਗਰ ਛਕਾਊਂਗਾ ਮੇਰੀ ਮੰਗ ਪੂਰੀ ਹੋ ਜਾਏਗੀ, ਮੈਨੂੰ ਰੱਬ ਹੋਰ ਦੇ ਦੇਗਾ। ਮੇਰੇ ਕੋਲ ਮੈਂ 10 ਰੁਪਏ ਦਾਨ ਕਰੂੰਗਾ ਨਾ, ਮੈਨੂੰ ਹਜ਼ਾਰਾਂ ਦੇਗਾ। ਇਹ ਚਲਾਕੀ ਨਹੀਂ ਤੇ ਹੋਰ ਕੀ ਹੈ? ਇਸ ਤੋਂ ਵੱਡੀ ਚਲਾਕੀ ਤੂੰ ਕੀ ਕਰੇਗਾ ਭਾਈ? ਕੋਈ ਚਲਾਕੀ ਹੋਰ ਹੋ ਹੀ ਨਹੀਂ ਸਕਦੀ ਤੇਰੇ ਕੋਲ ਇਸ ਤੋਂ ਵੱਡੀ। ਤੂੰ ਉਹਨਾਂ ਨੂੰ ਖਿਲਾ ਨਹੀਂ ਰਿਹਾ, ਤੂੰ ਤਾਂ ਉਹਨਾਂ ਤੋਂ ਮੰਗ ਰਹੀ ਹੈ। ਤੂੰ ਦਾਨੀ ਨਹੀਂ, ਤੂੰ ਭਿਖਾਰੀ ਹੈ। ਅਰੇ ਜਿਨ੍ਹਾਂ ਨੂੰ ਤੂੰ ਖਿਲਾਉਣਾ ਹੈ ਉਹਨਾਂ ਤੋਂ ਅੰਦਰੋਂ ਤੂੰ ਕਹਿਣਾ ਮੇਰੀ ਖਾਤਰ ਅਰਦਾਸ ਕਰੋ ਕਿ ਮੈਨੂੰ ਮਿਲ ਜਾਵੇ। ਤੁਸੀਂ ਅਰਦਾਸ ਕਰੋ ਕਿ ਮੇਰੀ ਆ ਮੰਗ ਪੂਰੀ ਹੋ ਜਾਵੇ। ਫਿਰ ਤੂੰ ਮੰਗਤਾ ਹੈ ਕਿ ਦਾਨੀ ਬਣਿਆ? ਤੂੰ ਦਾਨੀ ਤੇ ਹੈ ਤੂੰ ਮੰਗਤਾ। ਇਸ ਤੋਂ ਵੱਡੀ ਚਲਾਕੀ ਤੂੰ ਭਾਈ ਹੋਰ ਕੀ ਕਰੇਗਾ? ਪਰਮਾਤਮਾ ਨਾਲ ਵੀ ਤੂੰ ਚਲਾਕੀਆਂ ਕਰਦਾ, ਸੰਸਾਰ 'ਚ ਦੁਨੀਆ ਨਾਲ ਤੇ ਕਰਦਾ ਹੀ ਕਰਦਾ ਜੀ, ਰੱਬ ਨਾਲ ਵੀ ਚਲਾਕੀਆਂ ਕਰਦਾ। ਪਰ ਇਹਨਾਂ ਚਲਾਕੀਆਂ ਨਾਲ ਰੱਬ ਨਹੀਂ ਮਿਲਦਾ। ਇਹਨਾਂ ਚਲਾਕੀਆਂ ਨਾਲ ਉਸ ਮਾਲਕ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਤੂੰ ਉਸ ਨੂੰ ਪਾਣਾ ਤੂੰ ਭੋਲਾ ਬਣ ਜਾ। ਜੇ ਤੂੰ ਉਸ ਨੂੰ ਪਾਣਾ ਆਪੇ ਨੂੰ ਛੱਡ ਦੇ। ਆਪ ਗਵਾਈਆ ਤਾਂ ਸੋ ਪਾਈਆ। ਚੁਤਰਾਈ ਆਪੇ ਨੂੰ ਨਹੀਂ ਗਵਾਉਂਦੀ, ਚੁਤਰਾਈ ਆਪੇ ਨੂੰ ਵੱਡਾ ਕਰਦੀ। ਸਿਆਣਪ ਆਪੇ ਨੂੰ ਵੱਡਾ ਕਰਦੀ, ਇਨਸਾਨ ਦੇ ਨੂੰ ਖਤਮ ਨਹੀਂ ਕਰਦੀ। ਕਿਉਂਕਿ ਮੈਂ ਚਲਾਕੀ ਕਰਦਾ, ਮੈਂ ਸਿਆਣਪਾਂ ਕਰਦਾ, ਇਹ ਮੈਂ ਆਪਣੇ ਆਪ ਨੂੰ ਵੱਡਾ ਕਰ ਰਿਹਾ। ਜੇ ਮੈਂ ਚਲਾਕੀਆਂ ਸਿਆਣਪਾਂ ਨਾਲ ਵੱਡਾ ਹੁੰਦਾ ਤੇ ਮੈਂ ਖਤਮ ਕਦੋਂ ਹੋਣਾ? ਜਦੋਂ ਮੈਂ ਸਮਰਪਿਤ ਕਰਨਾ। ਮੇਰਾ ਆਪਾ ਕਦੋਂ ਮੁੱਕਣਾ? ਜਦੋਂ ਮੈਂ ਸਮਰਪਿਤ ਕਰਨਾ ਆਪਣੇ ਆਪ ਨੂੰ। ਮੈਂ ਸਮਰਪਿਤ ਤੇ ਕਰਦਾ ਨਹੀਂ, ਮੈਂ ਤੇ ਚਲਾਕੀਆਂ ਚੁਸਤੀਆਂ ਕਰਦਾ। ਇਹਨਾਂ ਚੁਸਤੀਆਂ ਦੇ ਨਾਲ, ਇਹਨਾਂ ਚਲਾਕੀਆਂ ਦੇ ਨਾਲ ਸਹਿਜ ਸਿਆਣਪਾਂ ਲੱਖ ਹੋਏ, ਇੱਕ ਨਾ ਚੱਲਿਆ ਨਾਲ। ਇਹ ਤੇਰੇ ਨਾਲ ਨਹੀਂ ਜਾਣੀਆਂ, ਨਾ ਉਸ ਘਰ ਵਿੱਚ ਜਾਣੀਆਂ ਨੇ, ਨਾ ਹੀ ਰੱਬ ਦੇ ਰਸਤੇ ਦੇ ਉੱਪਰ ਚੱਲਣ ਵੇਲੇ ਤੇਰੇ ਇਹ ਕੰਮ ਆਣੀਆਂ ਨੇ। ਕੋਈ ਬੰਦਾ ਕਹੇ ਕਿ ਮੈਂ ਆਪਣੀ ਚਲਾਕੀ ਦੇ ਨਾਲ, ਆਪਣੀ ਸਿਆਣਪ ਦੇ ਨਾਲ, ਆਪਣੀ ਸੋਝੀ ਦੇ ਨਾਲ ਗੁਰੂ ਘਰ ਦਾ ਧਿਆਨ, ਅਧਿਆਤਮਿਕ ਧਿਆਨ ਲਾ ਲਾਂਗਾ, ਨਹੀਂ ਲਾ ਸਕਦਾ। ਜੇ ਇਹ ਲਾ ਸਕਦਾ ਹੁੰਦਾ ਤੇ ਗੁਰੂ ਸਾਹਿਬ ਗੁਰਬਾਣੀ ਵਿੱਚ ਲਿਖ ਦਿੰਦੇ, ਭਾਈ ਤੂੰ ਅਕਲ ਵਰਤ ਲਈ ਤੇ ਉੱਪਰ ਧਿਆਨ ਲੈ ਜਾਈ। ਫਿਰ ਤਾਂ ਉਹਨਾਂ ਨੇ ਇਹ ਕਹਿਣਾ ਸੀ, ਇਹ ਥੋੜ੍ਹੀ ਕਹਿਣਾ ਸੀ ਗੁਰੂ ਕਿਰਪਾ ਬਿਨਾਂ ਨਹੀਂ ਹੋਣਾ। ਫਿਰ ਉਹਨਾਂ ਨੇ ਕਹਿਣਾ ਸੀ ਅਕਲ ਵਰਤੀ, ਸੋਝੀ ਲੈ ਕੇ ਉੱਪਰ ਧਿਆਨ ਲਾ ਲਈ ਤੇ ਗੁਰੂ ਘਰ 'ਚ ਪਹੁੰਚ ਜਾਏ। ਫਿਰ ਤਾਂ ਇਹ ਕਹਿਣਾ ਸੀ, ਇਹ ਤਾਂ ਨਹੀਂ ਕਿਹਾ। ਉਹਨਾਂ ਨੇ ਤਾਂ ਕਿਹਾ ਨਹੀਂ ਭਾਈ ਇਹ ਕੰਮ ਨਹੀਂ ਬਣਨਾ, ਚਲਾਕੀਆਂ ਨਾਲ ਨਹੀਂ ਬਣਨਾ, ਇਹ ਤਾਂ ਆਪਾ ਛੱਡਣ ਨਾਲ ਹੋਏਗਾ, ਸਮਰਪਿਤ ਹੋਣ ਨਾਲ ਹੋਏਗਾ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤੇਰੇ ਨਾਲ ਇੱਕ ਵੀ ਨਹੀਂ ਜਾਣੀ, ਨਾ ਤੇਰੇ ਇੱਥੇ ਕੰਮ ਆਣੀ ਤੇ ਨਾ ਤੇਰੇ ਉੱਥੇ ਕੰਮ ਆਣੀ। ਜਿਹੜਾ ਤੂੰ ਅਡੰਬਰ ਝੂਠ ਇਕੱਠਾ ਕਰ ਰਿਹਾ ਚਲਾਕੀਆਂ ਦੇ ਨਾਲ। ਚਲਾਕੀ ਨਾਲ ਬੰਦਾ ਕੀ ਕਰਦਾ? ਦੂਸਰੇ ਨੂੰ ਲੁੱਟਦਾ। ਚਲਾਕੀ ਨਾਲ ਕੀ ਕਰਦਾ? ਦੂਸਰੇ ਦਾ ਧਨ ਖੋਹਦਾ। ਚਲਾਕੀ ਨਾਲ ਕੀ ਕਰਦਾ? ਕਿਸੇ ਦੀ ਜਾਇਦਾਦ ਹੜੱਪ ਲਈ, ਕਿਸੇ ਤੋਂ ਚੀਜ਼ ਖੋਹ ਲਈ, ਕਿਸੇ ਨਾਲ ਬੇਈਮਾਨੀ ਕਰ ਲਈ, ਕਿਸੇ ਨਾਲ ਠੱਗੀ ਕਰ ਲਈ। ਇਹ ਚਲਾਕੀਆਂ ਦੇ ਰਿਸ਼ਤੇ ਨੇ। ਜੇ ਬੰਦਾ ਸਿੱਧਾ ਸਾਦਾ ਹੋਵੇ ਕਿਸੇ ਨਾਲ ਠੱਗੀ ਮਾਰ ਨਹੀਂ ਸਕਦਾ। ਜੇ ਬੰਦਾ ਸਿੱਧਾ ਸਾਦਾ ਹੋਵੇ ਉਹ ਕਿਸੇ ਦਾ ਬੁਰਾ ਨਹੀਂ ਕਰ ਸਕਦਾ। ਭਾਵ ਜਿੰਨਾ ਝੂਠ ਕਮਾਉਂਦਾ ਇਨਸਾਨ ਉਹ ਸਾਰਾ ਹੀ ਚਲਾਕੀਆਂ ਦੇ ਨਾਲ ਕਮਾਉਂਦਾ।
ਨਹੀਂ ਤੇ ਝੂਠ ਕਮਾਇਆ ਨਹੀਂ ਜਾ ਸਕਦਾ। ਆਪਣੇ ਕਈ ਵਾਰੀ ਅਸੀਂ ਦੇਖਦੇ ਹਾਂ, ਬੰਦਾ ਕਹਿੰਦਾ ਵੀ ਬੜਾ ਸਿੱਧਾ ਸਾਦਾ, ਇਹ ਕਿਸੇ ਦਾ ਬੁਰਾ ਨਹੀਂ ਕਰਦਾ, ਅਸੀਂ ਉਹਨੂੰ ਕਹਿੰਦੇ ਹਾਂ ਮੂਰਖ ਹੈ। ਜਿਹੜਾ ਬੰਦਾ ਇਹੋ ਜਿਹਾ ਹੋਵੇ ਨਾ, ਜਿਹੜਾ ਕਿਸੇ ਦਾ ਬੁਰਾ ਨਾ ਕਰ ਸਕਦਾ ਹੋਵੇ, ਜਿਹੜਾ ਕਿਸੇ ਤੋਂ ਪੈਸੇ ਨਾ ਕਮਾ ਸਕਦਾ ਹੋਵੇ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਮੂਰਖ। ਦੁਨੀਆ ਦੇ ਵਿੱਚ ਉਸ ਨੂੰ ਅਸੀਂ ਖਿਤਾਬ ਦਿੰਦੇ ਹਾਂ ਮੂਰਖ ਦਾ, ਉਹਨੂੰ ਸਿਆਣਪ ਦਾ ਖਿਤਾਬ ਨਹੀਂ ਦਿੰਦੇ, ਕਿਉਂਕਿ ਉਹਨੂੰ ਸਿਆਣਪ ਨਹੀਂ ਆਉਂਦੀ। ਉਹਨੂੰ ਇਸ ਕਰਕੇ ਮੂਰਖ ਕਹਿੰਦੇ ਆ। ਜਿਹੜਾ ਦੁਨੀਆ ਦੀਆਂ ਸਿਆਣਪਾਂ ਵਰਤਦਾ, ਝੂਠ ਕਮਾਉਂਦਾ ਤੇ ਝੂਠ ਇਕੱਠਾ ਕਰਦਾ, ਉਸ ਨੂੰ ਅਸੀਂ ਕਹਿੰਦੇ ਆ ਬੜਾ ਬੰਦਾ ਸਿਆਣਾ। ਦੇਖਿਆ ਉਹਨੇ ਕਿੰਨਾ ਕਾਰੋਬਾਰ ਵਧਾ ਲਿਆ, ਦੇਖਿਆ ਉਹਨੇ ਕਿੰਨਾ ਕੰਮ ਕਰ ਲਿਆ, ਉਹਨੇ ਕਿੱਡਾ ਵੱਡਾ ਕੋਠੀ ਪਾ ਲਈ, ਉਹਨੇ 2 ਸਾਲਾਂ 'ਚ ਇੰਨੀ ਤਰੱਕੀ ਕਰ ਲਈ। ਬੇਈਮਾਨੀ ਨਾਲ ਕਰ ਲਈ, ਠੱਗੀ ਮਾਰ ਲਈ, ਚੋਰੀਆਂ ਕਰ ਲਈਆਂ, ਇਸ ਨੂੰ ਅਸੀਂ ਕਹਿ ਦਿੱਤਾ ਕਿ ਉਹਨੇ ਸਿਆਣਪਾਂ ਕਰ ਲਈਆਂ। ਇਸੇ ਲਈ ਗੁਰੂ ਸਾਹਿਬ ਨੇ ਵੀ ਕਹਿ ਦਿੱਤਾ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਕਰ ਲੈ ਚਲਾਕੀਆਂ, ਕਰ ਲੈ ਕੂੜ ਇਕੱਠਾ, ਤੇਰੇ ਨਾਲ ਨਹੀਂ। ਫਿਰ ਗੁਰੂ ਸਾਹਿਬ ਕਹਿੰਦੇ ਕਿਵ ਸਚਿਆਰਾ ਹੋਈ ਹੈ। ਫਿਰ ਕਹਿੰਦੇ ਭਾਈ ਤੂੰ ਸਚਿਆਰਾ ਕਿਵੇਂ ਬਣ ਸਕਦਾ? ਕੂੜ ਤਾਂ ਤੂੰ ਇਕੱਠਾ ਕਰ ਲਿਆ, ਕੂੜ ਇਕੱਠਾ ਕਰਨ ਵਿੱਚ ਇਨਸਾਨ ਲੱਗਾ ਹੋਇਆ, ਝੂਠ ਇਕੱਠਾ ਕਰਨ ਵਿੱਚ ਲੱਗਾ ਹੋਇਆ। ਝੂਠ ਕੀ ਹੈ? ਜੋ ਖਤਮ ਹੋਣ ਵਾਲਾ ਹੈ ਉਹ ਝੂਠ ਹੈ, ਜੋ ਨਹੀਂ ਖਤਮ ਹੋਣਾ ਉਹ ਸੱਚ ਹੈ। ਤੇ ਫਿਰ ਸੰਸਾਰ ਦੇ ਵਿੱਚ ਤਾਂ ਰੁਪਈਆ, ਪੈਸਾ, ਧੀਆਂ, ਪੁੱਤਰ, ਜਾਇਦਾਦ, ਜ਼ਮੀਨ, ਮਕਾਨ ਸਾਰੇ ਖਤਮ ਹੋਣ ਵਾਲੇ ਨੇ। ਤੇ ਫਿਰ ਇਹ ਝੂਠ ਹੈ, ਕੂੜ ਹੈ। ਫਿਰ ਭਾਈ ਜੇ ਕੂੜ ਦੇ ਵਿੱਚੋਂ ਨਿਕਲਣਾ, ਝੂਠ ਦੇ ਵਿੱਚੋਂ ਨਿਕਲਣਾ, ਪਰ ਝੂਠ ਦੇ ਵਿੱਚ ਤਾਂ ਤੂੰ ਰੋਮ ਰੋਮ ਤੇਰਾ ਝੂਠ ਵਿੱਚ ਫਸਿਆ ਹੋਇਆ, ਤੂੰ ਕਿਸ ਤਰ੍ਹਾਂ ਨਿਕਲੇਗਾ? ਗੁਰੂ ਸਾਹਿਬ ਦੱਸਦੇ ਹਨ ਕਿਸ ਤਰ੍ਹਾਂ ਨਿਕਲੇਗਾ, ਉਹ ਲੁਕੋ ਨਹੀਂ ਰੱਖਦੇ। ਕੋਈ ਗੱਲ ਗੁਰੂ ਸਾਹਿਬ ਨੇ ਅਧੂਰੀ ਨਹੀਂ ਕਰੀ ਗੁਰਬਾਣੀ ਦੇ ਅੰਦਰ। ਆਪੇ ਹੀ ਸਵਾਲ ਕਰਦੇ ਹਨ, ਆਪੇ ਹੀ ਜਵਾਬ ਦਿੰਦੇ ਹਨ। ਗੁਰਬਾਣੀ ਸਾਰੀ ਇਸ ਰੂਪ ਵਿੱਚ ਉਹਨਾਂ ਨੇ ਲਿਖੀ ਆ, ਆਪੇ ਹੀ ਸਵਾਲ ਕੀਤਾ ਤੇ ਆਪੇ ਹੀ ਜਵਾਬ ਦਿੱਤਾ। ਕਿਉਂਕਿ ਜਵਾਬ ਤੇ ਸਵਾਲ ਕੌਣ ਕਰ ਸਕਦਾ? ਸਵਾਲ ਮਾਸਟਰ ਕਰਦਾ। ਜਿਹੜਾ ਕੋਈ ਸਬਜੈਕਟ ਦਾ ਮਾਸਟਰ ਹੋਵੇ ਨਾ, ਜਦੋਂ ਕੋਈ ਅਸੀਂ ਬੱਚਿਆਂ ਨੂੰ ਪੇਪਰ ਸੈੱਟ ਕਰਾਉਂਦੇ ਹਾਂ ਤਾਂ ਕਹਿੰਦੇ ਆ ਵੀ ਇਹ ਮਾਸਟਰ ਹੈ, MA ਕੀਤੀ ਹੈ, ਮਾਸਟਰ ਆਫ ਆਰਟਸ ਹੈ, ਮਾਸਟਰ ਆਫ ਸਾਇੰਸ ਹੈ, ਇਹ ਪੇਪਰ ਸੈੱਟ ਕਰੇਗਾ, ਕਿਉਂਕਿ ਇਹਨੂੰ ਸਾਰਾ ਪਤਾ, ਉਹਨੂੰ ਆਨਸਰ ਵੀ ਪਤਾ ਹੁੰਦਾ ਮਾਸਟਰ ਨੂੰ, ਤੇ ਕੁਐਸਚਨ ਵੀ ਉਹੀ ਕਰਦਾ। ਇਸੇ ਤਰ੍ਹਾਂ ਗੁਰੂ ਸਾਹਿਬ ਮਾਸਟਰ ਨੇ ਉਸ ਘਰ ਦੇ, ਰੂਹਾਨੀਅਤ ਦੇ ਮਾਸਟਰ ਨੇ, ਉਹ ਆਪ ਹੀ ਸਵਾਲ ਕਰਦੇ ਨੇ ਗੁਰਬਾਣੀ 'ਚ, ਆਪ ਹੀ ਜਵਾਬ ਦਿੰਦੇ ਨੇ, ਕਿਉਂਕਿ ਦੂਸਰਾ ਤਾਂ ਸਵਾਲ ਵੀ ਨਹੀਂ ਕਰ ਸਕਦਾ, ਜਵਾਬ ਵੀ ਨਹੀਂ ਦੇ ਸਕਦਾ। ਗੁਰੂ ਸਾਹਿਬ ਕਹਿੰਦੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਕਹਿੰਦੇ ਭਾਈ ਤੂੰ ਕਿਸ ਤਰ੍ਹਾਂ ਸੱਚਾ ਬਣ ਸਕਦਾ? ਜਿਹੜਾ ਤੂੰ ਝੂਠ ਪਾਲਿਆ ਆਪਦੇ ਆਲੇ ਦੁਆਲੇ। ਪਾਲ ਕਹਿੰਦੇ ਹਨ, ਪੁਰਾਣੇ ਜ਼ਮਾਨੇ ਦੇ ਵਿੱਚ ਕਿਸਾਨ ਖੇਤੀ ਦੀ ਪੈਲੀ ਜਦੋਂ ਇਕੱਠੀ ਕਰਦੇ ਸਨ, ਉਹ ਪਾਲਾਂ ਲਾਉਂਦੇ ਸੀ, ਉਹਨੂੰ ਕਹਿੰਦੇ ਨੇ ਪਾਲ। ਕਿਸੇ ਢੇਰ ਨੂੰ ਪਾਲ ਕਿਹਾ ਜਾਂਦਾ। ਬਹੁਤ ਸਾਰੀ ਚੀਜ਼ ਇਕੱਠੀ ਕਰ ਲੈਣੀ, ਉਹਨੂੰ ਪਾਲ ਕਿਹਾ ਜਾਂਦਾ। ਕਹਿੰਦੇ ਜਿਹੜਾ ਤੂੰ ਇਹ ਅਡੰਬਰ ਝੂਠ ਦਾ ਇਕੱਠਾ ਕੀਤਾ, ਤੂੰ ਇਹਨੂੰ ਕਿਵੇਂ ਤੋੜ ਸਕਦਾ? ਇਸ ਕੂੜ ਚੋਂ ਕਿਵੇਂ ਬਾਹਰ ਨਿਕਲ ਸਕਦਾ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਸਚਿਆਰਾ ਸੱਚ ਹੈ ਵੱਡਾ ਸਾਰਿਆਂ ਤੋਂ। ਸਾਰੇ ਕਹਿੰਦੇ ਨੇ ਸੱਚ ਵੱਡਾ, ਪਰ ਗੁਰੂ ਸਾਹਿਬ ਕਹਿੰਦੇ ਹਨ ਸੱਚੋਂ ਉਰੇ ਸਭ ਕੋ। ਸਾਰੇ ਹੀ ਸੱਚ ਤੋਂ ਥੱਲੇ ਨੇ, ਬਿਲਕੁਲ ਸੱਚ ਹੈ, ਕੋਈ ਝੂਠ ਨਹੀਂ, ਸੱਚ ਤੋਂ ਸਭ ਕੁਝ ਥੱਲੇ। ਸੱਚ ਉੱਪਰ ਆਚਾਰ, ਸੱਚ ਦੇ ਉੱਪਰ ਚੱਲਣਾ, ਆਚਾਰ ਵਿਵਹਾਰ ਸੱਚਾ ਕਰਨਾ, ਉਹ ਸੱਚ ਤੋਂ ਵੀ ਵੱਡਾ ਹੈ। ਸੱਚ ਛੋਟਾ ਰਹਿ ਜਾਂਦਾ, ਆਚਾਰ ਵੱਡਾ ਹੈ। ਸੱਚ ਦੇ ਉੱਪਰ ਚੱਲਣ ਵਾਲਾ ਜੀਵ ਸੱਚ ਤੋਂ ਵੀ ਵੱਡਾ ਹੈ। ਕੋਈ ਚੀਜ਼ ਕਹਿ ਦੇਣੀ, ਜਿਸ ਤਰ੍ਹਾਂ ਪਹਿਲੇ ਕਹੀ ਸੀ, ਆਖਣ ਕਹਿਣਾ ਸੌਖਾ ਤੇ ਕਰਨਾ ਔਖਾ। ਸੱਚ ਕਰ ਲਿਆ, ਸੱਚ ਪਾਲ ਦੇ ਉੱਤੇ ਚੱਲ ਪਏ ਤਾਂ ਵੱਡਾ, ਜੇ ਸੱਚ ਨੂੰ ਜਾਣ ਲਿਆ ਤਾਂ ਵੱਡਾ ਨਹੀਂ। ਸੱਚ ਨੂੰ ਜਾਣ ਲਿਆ ਕਿ ਆਹ ਚੀਜ਼ ਸੱਚੀ ਹੈ, ਬਈ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ, ਕਿਸੇ ਨਾਲ ਠੱਗੀ ਨਹੀਂ ਮਾਰਨੀ, ਇਹ ਸੱਚ ਹੈ, ਇਹ ਚੰਗੀ ਗੱਲ ਹੈ, ਪਰ ਇਹਦੇ ਉੱਪਰ ਚੱਲਣਾ ਇਸ ਤੋਂ ਵੀ ਵੱਡੀ ਗੱਲ ਹੈ। ਕਿਵ ਸਚਿਆਰਾ ਹੋਈਆ, ਕਿਵ ਕੂੜਾ ਟੁੱਟਾ ਪਾਲ। ਕਹਿੰਦੇ ਕਿਸ ਤਰੀਕੇ ਨਾਲ ਮੈਂ ਇਸ ਝੂਠ ਨੂੰ ਤੋੜਾਂ, ਇਹ ਝੂਠ ਚੋਂ ਕਿਸ ਤਰੀਕੇ ਨਾਲ ਨਿਕਲਾਂ? ਕਿਉਂਕਿ ਜੇ ਸਾਰੇ ਹੀ ਪਾਸੇ ਝੂਠ ਫੈਲਿਆ ਹੋਵੇ ਤੇ ਉਹਦੇ ਚੋਂ ਕਿੱਦਾਂ ਬੰਦਾ ਨਿਕਲ ਸਕਦਾ? ਉਹਦੇ ਚੋਂ ਤਾਂ ਹੀ ਨਿਕਲ ਸਕਦਾ ਜੇ ਕੋਈ ਫੜ ਕੇ ਕੱਢੇ, ਜੇ ਕੋਈ ਬਾਂਹ ਫੜ ਕੇ ਕੱਢ ਲਵੇ ਨਾ, ਤਾਂ ਹੀ ਨਿਕਲ ਸਕਦਾ, ਆਪਣੇ ਆਪ ਨਹੀਂ ਨਿਕਲ ਸਕਦਾ। ਗੁਰੂ ਸਾਹਿਬ ਕਹਿੰਦੇ ਫਿਰ ਭਾਈ ਜੇ ਤਾਂ ਝੂਠ ਚੋਂ ਨਿਕਲਣਾ ਤੇ ਫਿਰ ਝੂਠ ਚੋਂ ਨਿਕਲਣ ਦਾ ਤਰੀਕਾ ਤੇਰੇ ਕੋਲ ਹੈਗਾ, ਉਹ ਤਰੀਕਾ ਅਪਣਾ ਲੈ।
ਤਰੀਕਾ ਕਿਤੋਂ ਬਾਹਰੋਂ ਨਹੀਂ ਦੱਸਦੇ ਗੁਰੂ ਸਾਹਿਬ, ਅੰਦਰੋਂ ਹੀ ਦੱਸਦੇ ਹਨ, ਗੁਰਬਾਣੀ ਵਿੱਚ ਹੀ ਦੱਸਦੇ ਹਨ। ਅਗਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਉਸ ਝੂਠ ਨੂੰ ਤੋੜਨ ਦਾ ਹੀ ਤਰੀਕਾ ਦੱਸਦੇ ਹਨ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਚੱਲਣਾ, ਉਸ ਦੀ ਰਜਾ ਦੇ ਵਿੱਚ ਰਹਿਣਾ। ਜੇ ਕਹਦੇ ਤੂੰ ਉਸ ਦੀ ਰਜਾ ਦੇ ਵਿੱਚ ਆ ਜਾਏ, ਉਸ ਦੇ ਹੁਕਮ ਦੇ ਵਿੱਚ ਆ ਜਾਏ, ਤਾਂ ਫਿਰ ਤੂੰ ਇਹ ਸੱਚਾ ਹੋ ਸਕਦਾ, ਤਾਂ ਸਚਿਆਰਾ ਬਣ ਸਕਦਾ। ਹੋਰ ਉਸ ਤੋਂ ਪਹਿਲਾਂ ਤੂੰ ਸਚਿਆਰਾ ਨਹੀਂ ਬਣ ਸਕਦਾ। ਹੁਕਮ ਕੀ ਹੈ? ਪਰਮਾਤਮਾ। ਰਜਾ ਕੀ ਹੈ? ਉਹਦਾ ਪਾਣਾ। ਪਾਣੇ ਵਿੱਚ ਬੰਦਾ ਕਦੋਂ ਆ ਸਕਦਾ? ਉਹਦੀ ਰਜਾ ਵਿੱਚ ਬੰਦਾ ਕਦੋਂ ਆ ਸਕਦਾ? ਜੇ ਮੈਨੂੰ ਗੁਰੂ ਸਾਹਿਬ ਦਾ ਪਾਣਾ, ਗੁਰੂ ਸਾਹਿਬ ਦਾ ਹੁਕਮ ਅੰਦਰੋਂ ਸੁਣਦਾ ਨਹੀਂ, ਮੈਂ ਉਸ ਹੁਕਮ ਨੂੰ ਪਛਾਣਦਾ ਨਹੀਂ, ਜਾਣਦਾ ਨਹੀਂ, ਬੁੱਝਦਾ ਨਹੀਂ, ਤੇ ਮੈਂ ਉਹਦੇ ਹੁਕਮ ਵਿੱਚ ਕਿੱਦਾਂ ਆਵਾਂਗਾ? ਮੈਨੂੰ ਪਤਾ ਹੀ ਨਹੀਂ ਮੇਰਾ ਗੁਰੂ ਮੇਰੇ ਲਈ ਕੀ ਹੁਕਮ ਕਰਦਾ, ਤੇ ਮੈਂ ਹੁਕਮ ਵਿੱਚ ਕਿੱਦਾਂ ਆਵਾਂਗਾ? ਇਹਦਾ ਮਤਲਬ ਮੈਨੂੰ ਗੁਰੂ ਸਾਹਿਬ ਦਾ ਹੁਕਮ ਸੁਣਨਾ ਚਾਹੀਦਾ, ਮੈਨੂੰ ਸੁਣਦਾ ਹੋਵੇ, ਮੈਂ ਉਹਨੂੰ ਜਾਣਦਾ ਹੋਵਾਂ, ਬੁੱਝਦਾ ਹੋਵਾਂ, ਤੇ ਫਿਰ ਮੈਂ ਉਹਨੂੰ ਮੰਨਾਂ, ਫਿਰ ਮੈਂ ਕਹਾਂਗਾ ਕਿ ਮੈਂ ਉਹਦੇ ਹੁਕਮ ਵਿੱਚ ਆ ਗਿਆ। ਜੇ ਅਗਰ ਮੈਨੂੰ ਹੁਕਮ ਸੁਣਦਾ ਨਹੀਂ, ਕਈ ਵਾਰੀ ਅਸੀਂ ਲੋਕ ਆਮ ਆਖ ਦਿੰਦੇ ਨੇ ਜੀ ਮੈਂ ਤੇ ਕੋਈ ਬੁਰਾ ਕੰਮ ਨਹੀਂ ਕਰਦਾ। ਬਿਲਕੁਲ ਠੀਕ ਹੈ, ਚੰਗੀ ਗੱਲ ਹੈ ਭਾਈ, ਤੂੰ ਬੁਰਾ ਨਹੀਂ ਕਰਦਾ, ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ? ਪਰ ਤੂੰ ਕਰਦਾ ਕੀ ਹੈ? ਕਰਦਾ ਤੇ ਉਹੀ ਕੁਛ ਹੈ ਨਾ ਜੋ ਮਨ ਕਹਿੰਦਾ। ਤੇਰਾ ਮਨ ਕਹਿੰਦਾ ਵੀ ਆਹ ਕੰਮ ਬੁਰਾ, ਤੂੰ ਨਾ ਕਰ, ਤੂੰ ਨਹੀਂ ਕਰਦਾ। ਤੇਰਾ ਮਨ ਕਹਿੰਦਾ ਇਹ ਕੰਮ ਬੁਰਾ, ਚੰਗਾ ਤੂੰ ਕਰ ਲੈਣਾ। ਇਹਦਾ ਮਤਲਬ ਤੂੰ ਮਨ ਦੇ ਮੁਤਾਬਕ ਕੰਮ ਕਰ ਰਿਹਾ, ਗੁਰੂ ਦੇ ਮੁਤਾਬਕ ਨਹੀਂ ਕਰ ਰਿਹਾ। ਇਸ ਲਈ ਜਿਹੜਾ ਬੰਦਾ ਮਨ ਦੇ ਮੁਤਾਬਕ ਕੰਮ ਕਰਦਾ ਉਹਨੂੰ ਮਨਮੁਖ ਕਿਹਾ ਜਾਂਦਾ, ਜਿਹੜਾ ਗੁਰੂ ਦੇ ਕਹੇ ਮੁਤਾਬਕ ਕੰਮ ਕਰਦਾ ਉਹਨੂੰ ਗੁਰਮੁਖ ਕਿਹਾ ਜਾਂਦਾ। ਜਿਹੜਾ ਭਾਣੇ ਵਿੱਚ ਰਹਿੰਦਾ ਉਸ ਨੂੰ ਗੁਰਮੁਖ ਕਿਹਾ ਜਾਂਦਾ, ਕਿਉਂਕਿ ਹੁਕਮ ਤੋਂ ਬਿਨਾਂ, ਗੁਰੂ ਦੇ ਭਾਣੇ ਤੋਂ ਬਿਨਾਂ ਚੱਲਦਾ ਹੀ ਨਹੀਂ। ਗੁਰੂ ਦੇ ਭਾਣੇ ਤੋਂ ਬਿਨਾਂ ਗੱਲ ਹੀ ਨਹੀਂ ਕਰਦਾ। ਪਰ ਗੁਰੂ ਦਾ ਭਾਣਾ, ਗੁਰੂ ਦਾ ਹੁਕਮ ਕਦੋਂ ਸੁਣਦਾ? ਜਦੋਂ ਜੀਵ ਅੰਦਰੋਂ ਉਸ ਮਾਲਕ ਦੇ ਨਾਲ ਜੁੜ ਜਾਂਦਾ, ਜੁੜ ਕੇ ਉਸ ਅਵਸਥਾ ਵਿੱਚ ਚਲਾ ਜਾਂਦਾ ਜਿੱਥੇ ਜਾ ਕੇ ਅੰਦਰਲੇ ਕੰਨਾਂ ਦੇ ਨਾਲ ਗੁਰੂ ਸਾਹਿਬ ਦੇ ਹੁਕਮ ਨੂੰ ਸੁਣਦਾ, ਅੰਦਰ ਬੁੱਧੀ ਆ ਜਾਂਦੀ, ਸੋਝੀ ਆ ਜਾਂਦੀ, ਪਹਿਚਾਣ ਲੈਂਦਾ, ਤੇ ਫਿਰ ਉਸ ਵੇਲੇ ਕਹਿੰਦੇ ਆ ਉਹ ਗੁਰੂ ਦਾ ਹੁਕਮ ਮੰਨਦਾ ਹੈ। ਉਸ ਤੋਂ ਪਹਿਲਾਂ ਨਹੀਂ। ਜੇ ਉਹਨੂੰ ਸੁਣਦਾ ਨਹੀਂ ਤਾਂ ਮੰਨੇਗਾ ਕੀ? ਪਰ ਉਹ ਅਵਸਥਾ ਕਦੋਂ ਆਉਂਦੀ? ਉਹ ਬੁੱਧੀ ਕਦੋਂ ਆਉਂਦੀ? ਉਹ ਤਿਆਗ ਕਦੋਂ ਕਰਦਾ ਇਹਨਾਂ ਚੀਜ਼ਾਂ ਦਾ? ਦੇਖੋ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਵਿੱਚ ਫਸਿਆ ਹੋਇਆ। ਇਹਨਾਂ ਤੋਂ ਕਿਵੇਂ ਬਚ ਸਕਦਾ? ਲਾਲਚ ਤੋਂ ਕਿਵੇਂ ਬਚ ਸਕਦਾ? ਜਦ ਉਹਨੂੰ ਸੋਝੀ ਆ ਜਾਏਗੀ, ਜਦ ਉਹਨੂੰ ਬੁੱਧੀ ਆ ਜਾਏਗੀ, ਤਦ ਬਚੇਗਾ, ਉਸ ਤੋਂ ਪਹਿਲਾਂ ਨਹੀਂ ਬਚ ਸਕਦਾ। ਕਬੀਰ ਸਾਹਿਬ ਇਹੀ ਗੱਲ ਦੱਸਦੇ ਹਨ ਵੀ ਜੇ ਤੂੰ ਦੇਖਣਾ, ਜੇ ਤੂੰ ਜਾਣਨਾ, ਜਦ ਤੂੰ ਉੱਥੇ ਪਹੁੰਚ ਜਾਏਗਾ ਤਾਂ ਹੀ ਜਾ ਕੇ ਇਹ ਤੇਰੀ ਗੱਲ ਬਣਨੀ। ਉਸ ਤੋਂ ਪਹਿਲਾਂ ਤ੍ਰਿਕੁਟੀ ਸੇਧ ਮੈਂ ਪੇਖਿਆ। ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਤ੍ਰਿਕੁਟੀ ਨੂੰ ਪਾੜਿਆ, ਪਾਪ ਇਸ ਤੋਂ ਅੰਦਰ ਗਿਆ। ਤ੍ਰਿਕੁਟੀ ਸੇਧ ਮੈਂ ਪੇਖਿਆ, ਕਹਿੰਦੇ ਮੈਂ ਅੰਦਰ ਜਾ ਕੇ, ਕਬੀਰ ਸਾਹਿਬ ਕਹਿੰਦੇ ਦੇਖਿਆ। ਕੀ ਦੇਖਿਆ? ਘਟ ਹੂ ਘਟ ਜਾਗੀ। ਕਹਿੰਦੇ ਅੰਦਰੋਂ ਮੇਰੇ, ਉਹ ਮੇਰਾ ਪ੍ਰਮਾਤਮਾ ਵਾਲਾ ਜਿਹੜਾ ਘਰ ਹੈ, ਨਿਜ ਘਰ ਹੈ, ਉਹ ਜਗਮਗਾ ਰਿਹਾ ਹੈ, ਉੱਥੇ ਪ੍ਰਕਾਸ਼ ਹੋ ਰਿਹਾ, ਗਿਆਨ ਹੋ ਰਿਹਾ। ਘਟ ਹੂ ਘਟ ਜਾਗੀ। ਘਟ ਕਹਿੰਦੇ ਹਨ ਸਰੀਰ ਨੂੰ। ਸਰੀਰ ਦੇ ਅੰਦਰ ਜਿਹੜਾ ਸਰੀਰ ਆ, ਮਹਿਲ ਹੈ ਅੰਦਰ, ਮਹਿਲ ਕੋਪਾ ਹੈ, ਜਿਹੜਾ ਅੰਦਰਲਾ ਮਹਿਲ ਹੈ। ਸਰੀਰ ਦੇ ਰੂਪੀ ਮਹਿਲ ਦੇ ਅੰਦਰ ਇੱਕ ਹੋਰ ਮਹਿਲ ਹੈ ਜਿਸ ਨੂੰ ਨਿਜ ਕਰਕੇ ਆ ਜਾਂਦਾ। ਕਹਿੰਦੇ ਜਦੋਂ ਮੈਂ ਉੱਥੇ ਜਾ ਗਿਆ, ਕਬੀਰ ਸਾਹਿਬ ਕਹਿੰਦੇ ਮੈਂ ਕੀ ਦੇਖਿਆ? ਪਰ ਉੱਥੇ ਕਦੋਂ ਜਾਂਦਾ? ਜਦੋਂ ਬੰਦਾ ਤ੍ਰਿਕੁਟੀ ਪਾਰ ਕਰ ਲੈਂਦਾ। ਤ੍ਰਿਕੁਟੀ ਸੇਂਧ, ਸੇਂਧ ਕਹਿੰਦੇ ਆ ਪੁਰਾਣੇ ਜ਼ਮਾਨੇ ਵਿੱਚ ਕਿਸੇ ਮਕਾਨ ਨੂੰ ਪਾੜ ਲਾਇਆ ਜਾਂਦਾ ਸੀ, ਕੰਧ ਪਾੜ ਕੇ, ਉਹਨੂੰ ਕਹਿੰਦੇ ਸੰਧ ਲਾਉਣਾ, ਸਿੰਧਣਾ। ਕਬੀਰ ਸਾਹਿਬ ਕਹਿੰਦੇ ਜਦੋਂ ਤ੍ਰਿਕੁਟੀ ਸੇਂਧ ਮੈਂ ਪੇਖਿਆ, ਜਦੋਂ ਮੈਂ ਤ੍ਰਿਕੁਟੀ ਨੂੰ ਪਾਰ ਕਰਕੇ ਦੇਖਿਆ, ਘਟ ਹੂ ਘਟ ਜਾਗੀ, ਐਸੀ ਬੁੱਧ ਸਮਾਚਰੀ ਘਟ ਮੈਂ ਤਿਆਗੀ। ਕਹਿੰਦੇ ਮੈਨੂੰ ਇਹੀ ਜੀ ਸੋਝੀ ਮੇਰੇ ਸਾਹਿਬ ਨੇ ਦੇ ਦਿੱਤੀ ਕਿ ਮੈਂ ਸਰੀਰ ਵਿੱਚ ਰਹਿ ਕੇ ਇਹਨਾਂ ਤੋਂ ਤਿਆਗੀ ਬਣ ਗਿਆ। ਭਾਵ ਹਰ ਚੀਜ਼ ਛੱਡ ਦਿੱਤੀ, ਬੁਰਾਈ ਛੱਡ ਦਿੱਤੀ, ਲਾਲਚ ਛੱਡ ਦਿੱਤੇ, ਸਾਰਾ ਕੁਝ ਛੱਡ ਦਿੱਤਾ। ਸਿਰਫ ਉਸ ਮਾਲਕ ਦੇ ਨਾਲ ਲੱਗ ਗਿਆ, ਉਹਦੇ ਹੁਕਮ 'ਚ ਆ ਗਿਆ, ਉਹਦੇ ਭਾਣੇ ਵਿੱਚ ਆ ਗਿਆ, ਉਹਦੀ ਰਜਾ ਵਿੱਚ ਆ ਗਿਆ। ਉਸ
ਤੋਂ ਪਹਿਲਾਂ ਉਹਦੀ ਰਜ਼ਾ 'ਚ ਨਹੀਂ ਆ ਸਕਦਾ। ਜਦ ਤੱਕ ਉਸ ਦੇ ਘਰ ਦੀ ਗੱਲ ਇਹਨਾਂ ਕੰਨਾਂ ਤੋਂ ਅੰਦਰਲੇ ਕੰਨਾਂ ਨਾਲ ਨਹੀਂ ਸੁਣਦਾ, ਬਾਹਰਲੇ ਕੰਨਾਂ ਨਾਲ ਸੁਣ ਕੇ ਉਹਦੇ ਘਰ ਦੀ ਗੱਲ ਨਹੀਂ ਜਾਣ ਸਕਦੀ। ਅੰਦਰਲੇ ਕੰਨਾਂ ਨਾਲ ਉਹਦੇ ਘਰ ਦੀ ਗੱਲ ਸੁਣੀ ਜਾ ਸਕਦੀ, ਅੰਦਰਲੀ ਬੁੱਧੀ ਨਾਲ ਸੁਣੀ ਜਾ ਸਕਦੀ, ਜਿਹਦੇ ਬਾਰੇ ਕਬੀਰ ਸਾਹਿਬ ਕਹਿੰਦੇ ਨੇ, ਤਿਰਕੁੱਟੀ ਸੇਂਧ ਮੈਂ ਪੇਕਿਆ, ਘਟ ਹੂ ਘਟ ਜਾਗੀ, ਐਸੀ ਬੁੱਧ ਸਮਾਚਰੀ, ਘਟ ਮੈਂ ਤਿਆਗੀ। ਇਸ ਲਈ ਗੁਰੂ ਸਾਹਿਬ ਕਹਿੰਦੇ, ਕਿਵ ਸਚਿਆਰਾ ਹੋਈਆ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਹਿੰਦੇ ਭਾਈ ਉਹਦੀ ਰਜਾ ਦੇ ਵਿੱਚ ਆ ਜਾ ਤੇ ਤੇਰਾ ਝੂਠ ਟੁੱਟ ਜਾਏਗਾ, ਝੂਠ ਟੁੱਟ ਜਾਏਗਾ ਤੇ ਤੂੰ ਸੱਚ ਨੂੰ ਪਾ ਲਏਗਾ। ਔਰ ਇਸ ਤੋਂ ਕੋਈ ਤਰੀਕਾ ਦੂਸਰਾ ਨਹੀਂ ਕਿ ਤੂੰ ਸੱਚ ਨੂੰ ਪਾ ਸਕੇ। ਗੁਰੂ ਮਹਾਰਾਜ